ਜਸ ਟੀਵੀ ਦੇਖ ਰਹੇ ਹੋ ਤੁਸੀਂ। मैं KP ਸਿੰਘ ਅੱਜ ਦਾ ਮੁੱਦਾ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਇੱਕ ਵਿਸ਼ੇਸ਼ ਇਕੱਤਰਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹਰਾਂ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਸੱਦੀ। ਉੱਥੇ ਸਿੱਖ ਕੌਮ ਦੇ ਮੁੱਦਿਆਂ ਦੇ ਉੱਤੇ ਮੀਡੀਆ ਦੇ ਉੱਤੇ ਜਿਹੜੇ ਪਹਿਰੇ ਲਗਾਏ ਜਾ ਰਹੇ ਆ ਉਸ ਉੱਤੇ ਚਿੰਤਨ ਕੀਤਾ ਗਿਆ ਤੇ ਸਿੱਧਾ ਸਿੱਧਾ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਗਈ। ਨਾਲ ਹੀ ਥੋੜਾ ਜਿਹਾ ਰੋਸ ਆ ਜਿਹੜਾ SGPC ਪ੍ਰਤੀ ਵੀ जताया गया। कि रोस क्यों जताया गया, क्यों चिंता जताई जा रही है, क्यों दिल्ली ਨੂੰ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀ ਸਾਈਕੀ ਸਮਝੇ ਦਿੱਲੀ, क्यों ਸਰਕਾਰਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਹਾਡਾ ਵੀ ਅਕਸ ਖਰਾਬ ਹੋ ਜਾਵੇਗਾ ਜੇ ਇਹੋ ਜਿਹਾ ਮਾਹੌਲ ਤੁਸੀਂ ਸਿਰਜੋਗੇ, क्यों ਇਹ ਕਿਹਾ ਜਾ ਰਿਹਾ ਹੈ ਕਿ ਸਿੱਖਾਂ ਦੇ ਮੁੱਦਿਆਂ ਤੇ ਪੰਜਾਬ ਦੇ ਮੁੱਦਿਆਂ ਤੇ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਕੀ ਹੈ। ਨਾਲ ਹੀ ਇਹ ਚਿੰਤਾ ਵੀ ਜਤਾਈ ਗਈ ਕਿ ਗੁਰੂ ਘਰਾਂ ਦੇ ਬਾਹਰ ਜਿਹੜੀ ਸੁਰੱਖਿਆ ਹੈ ਜਿਹੜੀ ਉਹ ਕਿਉਂ ਮੁਸਤੈਦ ਕੀਤੀ ਜਾ ਰਹੀ, ਉਹਦੀ ਵਜ੍ਹਾ ਕੀ ਹੈ। ਬਹੁਤ ਸਾਰੇ ਸਵਾਲ ਚੁੱਕੇ ਗਏ ਤੇ ਇਹਨਾਂ ਸਵਾਲਾਂ ਤੇ ਹੀ ਚਰਚਾ ਹੋਣੀ ਚਾਹੀਦੀ ਹੈ। ਸੰਵਾਦ ਦੀ ਗੱਲ ਕੀਤੀ ਹੈ ਜਥੇਦਾਰ ਸਾਹਿਬ ਨੇ ਕਿ ਸੰਵਾਦ ਨਾਲ ਮਸਲੇ ਹੱਲ ਹੋਣੇ ਚਾਹੀਦੇ ਆ। ਇਸੇ ਲਈ ਅਸੀਂ ਪੁੱਛ ਰਹੇ ਹਾਂ ਕਿ ਗਰਜੇ ਜਥੇਦਾਰ ਤੇ ਸੁਣੇਗੀ ਸਰਕਾਰ। ਜੇ ਪੰਜਾਬ ਦੇ ਵਿੱਚ ਸਾਡੀ ਆਵਾਜ਼ ਦੱਬੋਗੇ, ਅਸੀਂ USA ਤੋਂ ਬੋਲਾਂਗੇ, ਅਸੀਂ ਇੰਗਲੈਂਡ ਤੋਂ ਬੋਲਾਂਗੇ, ਅਸੀਂ ਆਸਟ੍ਰੇਲੀਆ ਤੋਂ ਬੋਲਾਂਗੇ, ਅਸੀਂ ਬੋਲਦੇ ਰਹਾਂਗੇ। ਸਾਡੀ ਆਵਾਜ਼ ਨੂੰ ਤੁਸੀਂ ਦਬਾ ਨਹੀਂ ਸਕਦੇ। ਫਟਾਫਟ ਤੁਹਾਨੂੰ ਪੁਆਇੰਟਰ ਦੱਸ ਦਈਏ। ਅੱਜ ਦਾ ਮੁੱਦਾ ਵਿੱਚ ਕਿਹੜੇ ਪੁਆਇੰਟਸ ਹੈ। ਜਥੇਦਾਰ ਨੇ ਤਖਤ ਸ਼੍ਰੀ ਦਮਦਮਾ ਸਾਹਿਬ 'ਚ ਵਿਸ਼ੇਸ਼ ਇਕੱਤਰਤਾ ਸੱਦੀ ਹੈ ਤੇ ਉੱਥੇ ਜਿਹੜਾ ਇਕੱਠ ਹੋਇਆ ਸੀ ਉਹਦੇ ਵਿੱਚ ਚਿੰਤਨ ਕੀਤਾ ਗਿਆ। ਸਿੱਖਾਂ ਅਤੇ ਮੀਡੀਆ ਦੇ ਕੁਝ ਹਿੱਸੇ ਦੇ ਵਿਰੁੱਧ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਉਸ ਵਿੱਚ ਚਿੰਤਾ ਜਤਾਈ ਗਈ ਹੈ। ਕਿਹਾ ਜਾ ਰਿਹਾ ਕਿ ਜਿਹੜੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਚੈਨਲ ਹੈ ਜਾਂ ਸਿੱਖਾਂ ਦੀ ਗੱਲ ਕਰਨ ਵਾਲੇ ਚੈਨਲ ਹੈ ਉਹਨਾਂ ਨੂੰ ਬੰਦ ਕੀਤਾ ਜਾ ਰਿਹਾ ਜਾਂ ਉਹਨਾਂ ਦਾ ਸ਼ਿਕੰਜਾ ਕੱਸਿਆ ਜਾ ਰਿਹਾ। ਇਸ ਬਾਬਤ ਗੱਲ ਕੀਤੀ ਗਈ ਤੇ ਸਿੱਖਾਂ ਦੇ ਮੁੱਦਿਆਂ ਨੂੰ ਹੱਲ ਕਰਨ ਦੇ ਬਾਰੇ ਸਰਕਾਰਾਂ ਨੂੰ ਅਪੀਲ ਕੀਤੀ ਗਈ। ਸੂਬਾ ਤੇ ਕੇਂਦਰ ਸਰਕਾਰ ਨੂੰ ਇਸ ਵਿਚਾਲੇ ਖਰੀਆਂ ਜਥੇਦਾਰ ਸਾਹਿਬ ਨੇ ਸੁਣਾਈਆਂ। ਉਹਨਾਂ ਨੇ ਕਿਹਾ ਕਿ ਵਿਵਾਦ ਨਹੀਂ, ਸੰਵਾਦ ਜ਼ਰੀਏ ਮਸਲੇ ਹੱਲ ਕਰਨਾ ਸਾਡੀ ਪਹਿਲ ਹੈ ਤੇ ਉਸੇ ਨੂੰ ਅੱਗੇ ਤੋਰਨਾ ਚਾਹੀਦਾ ਹੈ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਿੱਖਾਂ ਖਿਲਾਫ ਸਿਰਜੇ ਜਾ ਰਹੇ ਬਿਰਤਾਂਤ ਵਿਰੁੱਧ ਡਟਿਆ ਜਾਣਾ ਚਾਹੀਦਾ ਤੇ ਸਾਰਿਆਂ ਨੂੰ ਸੱਦਾ ਦਿੱਤਾ ਉਹਨਾਂ ਨੇ ਕਿ ਡਟਣ ਦੀ ਜ਼ਰੂਰਤ ਹੈਗੀ ਹੈ। ਜਿਹੜਾ ਸਿੱਖ ਫੋਬੀਆ ਜਿਹੜਾ ਫੈਲਾਇਆ ਜਾ ਰਿਹਾ ਉਸ ਵੱਲੋਂ ਡਟਣ ਦੀ ਜ਼ਰੂਰਤ ਹੈਗੀ ਹੈ। ਸਿੱਖ ਰਾਜ ਦੇ ਝੰਡੇ ਨੂੰ ਖਾਲਿਸਤਾਨੀ ਝੰਡੇ ਦੱਸਣ ਤੇ ਰੋਸ ਜਤਾਇਆ ਤੇ ਨਾਲ ਹੀ ਕਿਹਾ ਕਿ SGPC ਨੂੰ ਉਹਨਾਂ ਨੇ ਕਿਹਾ ਸੀਗਾ ਕਿ ਇਸ ਤੇ ਪਰਚੇ ਦਰਜ ਕਰਵਾਏ ਜਾਣ, ਕਾਰਵਾਈ ਕੀਤੀ ਜਾਵੇ ਤੇ SGPC ਨੇ ਉਸ ਨੂੰ ਅਮਲ ਵਿੱਚ ਨਹੀਂ ਲਿਆਂਦਾ। ਇਹ ਵੀ ਰੋਸ ਜਤਾਇਆ ਗਿਆ। ਸਰਕਾਰ ਨੂੰ ਨਸੀਹਤ ਦਿੱਤੀ ਗਈ ਹੈ ਕਿ ਅਜਿਹੇ ਮਾਹੌਲ ਨਾਲ ਤੁਹਾਡਾ ਵੀ ਅਕਸ ਵਿਗੜਦਾ ਤੇ ਸੋ ਇਸ ਵੱਲ ਧਿਆਨ ਦਿਓ ਤੇ ਨਾਲ ਹੀ ਦਿੱਲੀ ਨੂੰ ਪੰਜਾਬ ਦੇ ਲੋਕਾਂ ਦੀ ਸਾਈਕੀ ਸਮਝਣ ਦੀ ਸਲਾਹ ਦਿੱਤੀ ਗਈ ਹੈ। ਤੇ ਜਿਹੜੇ ਖਾਸ ਮਹਿਮਾਨ ਸਾਡੇ ਨਾਲ ਮੌਜੂਦ ਹੈ ਉਹਨਾਂ ਤੁਹਾਡਾ ਤਾਰਫ ਫਰਮਾਉਂਦੇ ਹਾਂ ਤੇ ਬਸ ਉਸ ਤੋਂ ਬਾਅਦ ਚਰਚਾ ਕਰਾਂਗੇ। ਹਰਸਿਮਰਨ ਸਿੰਘ ਸਿੱਖ ਬੁੱਧੀਜੀਵੀ ਨੇ। ਹਰਸਿਮਰਨ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਹੈ। ਕਰਨੈਲ ਸਿੰਘ ਪੀਰ ਮੁਹੰਮਦ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਨੇ ਤੇ ਜਿਹੜੀ ਪੰਥਕ ਕਮੇਟੀ ਹੈ ਉਹਦੇ ਬਹੁਤ ਹੀ ਜਿਹੜੇ ਵਿਸ਼ੇਸ਼ ਨੁਮਾਇੰਦੇ ਨੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਇਹ ਉੱਥੇ ਹੀ ਮੌਜੂਦ ਸਨ ਜਦੋਂ ਇਹ ਇਕੱਤਰਤਾ ਸੱਦੀ ਗਈ ਹੈ। ਪੀਰ ਮੁਹੰਮਦ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਸਰ। ਇਕਬਾਲ ਸਿੰਘ ਚੰਨੀ ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਹੈ। ਚੰਨੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਆਮ ਆਦਮੀ ਪਾਰਟੀ ਨੂੰ ਅਸੀਂ ਸੱਦਿਆ ਸੀ, ਉਹ ਧਿਰ ਇਸ ਡਿਬੇਟ ਵਿੱਚ ਹਿੱਸਾ ਲੈਣ ਨਹੀਂ ਆਈ। ਜੇ ਆ ਜਾਂਦੇ ਤਾਂ ਉਹਨਾਂ ਦਾ ਵੀ ਸਵਾਗਤ ਕਰ ਦਿੰਦੇ ਅਸੀਂ। ਹਰਸਿਮਰਨ ਸਿੰਘ ਜੀ ਪਹਿਲਾ ਸਵਾਲ ਤੁਹਾਨੂੰ ਕਰਨਾ ਚਾਹੂੰਗਾ। ਹਰਸਿਮਰਨ ਸਿੰਘ ਜੀ ਤੁਹਾਨੂੰ ਲੱਗਿਆ ਕਿ ਜਥੇਦਾਰ ਸਾਹਿਬ ਗਰਜੇ ਹੈ ਜਾਂ ਸਿਰਫ ਇਹ ਕੌਮ ਨੂੰ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਵੀ ਹਾਂ ਮੈਂ ਤੁਹਾਡੇ ਲਈ ਖੜਾ, ਜਾਂ ਤੁਹਾਨੂੰ ਲੱਗਿਆ ਕਿ ਵਾਕਈ ਜਥੇਦਾਰ ਸਾਹਿਬ ਨੇ ਅੱਜ ਆਪਣੇ ਆਪ ਨੂੰ ਉਸ ਭੂਮਿਕਾ ਵਿੱਚ ਖੜਿਆ ਦਿਖਾਇਆ ਜੋ ਜ਼ਰੂਰਤ ਹੈ? ਹਰਸਿਮਰਨ ਸਿੰਘ ਦੇਖੋ KP ਸਿੰਘ ਜੀ, ਮੈਂ ਪਿਛਲੇ 25-30 ਸਾਲ ਦੇ ਵਿੱਚ 5-6 ਜਥੇਦਾਰ ਸਾਹਿਬ ਨੂੰ ਵੇਖ ਕੇ ਆ ਰਿਹਾ। ਕਈਆਂ ਨਾਲ ਮੈਂ ਐਕਟਿਵਲੀ ਕੰਮ ਵੀ ਕੀਤਾ ਹੈ। ਹਰਪ੍ਰੀਤ ਸਿੰਘ ਹੋਰਾਂ ਨਾਲ ਮੇਰੀ ਕਾਫੀ ਨੇੜਤਾ ਹੈ, ਮੈਂ ਸਮਝਦਾ ਸਾਰੀ ਗੱਲ ਨੂੰ। ਲੇਕਿਨ ਅੱਜ ਦਾ ਜੋ ਇਤਿਹਾਸਕ ਅੱਜ ਦਾ ਜੋ ਲੈਕਚਰ ਹੈ ਉਹਨਾਂ ਦਾ, ਉਹ ਅਕਾਲ ਤਖਤ ਸਾਹਿਬ ਦੀ ਅਥਾਰਟੀ ਨੂੰ ਅਸਰਟ ਕਰਦਾ ਹੈ। ਇੱਕ ਤਾਂ ਗੱਲ ਇਹ ਹੈ ਕਿ ਅਕਾਲ ਤਖਤ ਸਾਹਿਬ ਦਾ ਜੋ ਰੁਤਬਾ, ਜੋ ਸੋਵਰੈਂਟੀ ਜੱਜ ਦਾ ਜੋ ਸਿੱਖ ਪੰਥ ਦਾ ਜਾਂ ਦੁਨੀਆ ਦੇ ਉੱਤੇ ਰੁਤਬਾ ਹੈ, ਉਸ ਨੂੰ ਉਹਨਾਂ ਨੇ ਬੜੇ ਬਾਕੀ ਸ਼ਬਦਾਂ ਦੇ ਨਾਲ ਅਸਰਟ ਕੀਤਾ ਹੈ। ਉਹਦੇ 'ਚ ਪ੍ਰਭਾਵਿਤ ਹੋਏ ਨੇ ਔਰ ਪੰਥ ਦੇ ਵਿੱਚ ਪ੍ਰਭਾਵ ਗਿਆ ਹੈ। ਲੇਕਿਨ ਸਵਾਲ ਇਹ ਹੈ ਕਿ ਜੋ ਉਹ ਗਰਜੇ ਨੇ ਆਇਆ, ਇਹ ਇੱਕ ਮੈਂ ਨਾਲ ਹੀ ਸਵਾਲ ਖੜਾ ਕਰ ਦੇਣਾ, ਕਿਉਂਕਿ ਉਹ ਜਿਹੜਾ ਲੈਕਚਰ ਉਹਨਾਂ ਦਾ ਆਪਣੇ ਆਪ ਦੇ ਵਿੱਚ ਭਾਵੇਂ ਉਹ ਮੀਡੀਆ ਦੇ ਬਾਰੇ ਸੰਬੰਧ ਸੀਗਾ, ਲੇਕਿਨ ਉਹਨਾਂ ਨੇ ਹੋਰ ਜੋ ਵਿਸ਼ੇ ਲਏ ਜੋ ਤੁਸੀਂ ਦੱਸੇ ਨੇ, ਸਮਾਂ ਨਹੀਂ ਕਿ ਦੱਸ ਸਕੀ ਉਸ ਨੂੰ ਦੁਬਾਰਾ। ਮੈਂ ਸਮਝਦਾ ਕਿ ਉਹ ਜਿਹੜੇ ਸਾਰੇ ਕੁਐਸਚਨ ਉਹਨੇ ਰੇਜ਼ ਕੀਤੇ ਨੇ ਸੰਵਾਦ ਦਾ, ਔਰ ਖਾਸ ਕਰ ਜੋ ਉਹਨਾਂ ਨੇ ਇਹ ਸ਼ਬਦ ਵਰਤਿਆ ਕਿ ਜੋ ਬਿਰਤਾਂਤ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਸਿਰਜ ਰਹੀ ਹੈ, ਅਸੀਂ ਉਸ ਬਿਰਤਾਂਤ ਨੂੰ ਤੋੜਾਂਗੇ। ਦਿਸ ਇਜ਼ ਵੈਰੀ ਇੰਪੋਰਟੈਂਟ।
ਦੂਸਰਾ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਕੀ ਅਰਥ ਨਿਕਲਣਗੇ ਆਉਣ ਵਾਲੇ ਸਮੇਂ 'ਚ ਵਿਦਵਾਨ ਜਾਂ ਹੋਰ ਲੋਕ ਕੀ ਕੱਢਣਗੇ ਕਿ ਅਸੀਂ ਜੇ ਹਰਿਆਣੇ 'ਚ ਜਾਵਾਂਗੇ ਤੇ ਹਰਿਆਣਵੀ ਵਾਂਗ ਬੋਲਾਂਗੇ, ਮਰਾਠੇ ਜਾਵਾਂਗੇ ਮਰਾਠੀ ਵਾਂਗ ਬੋਲਾਂਗੇ, ਦੁਨੀਆ ਜਵਾਵਾਂਗੇ ਤੇ ਦੁਨੀਆ ਵਿੱਚ ਬੋਲਾਂਗੇ। ਯਾਨੀ ਕਿ ਉਹਨਾਂ ਨੇ ਇੱਕੋ ਲੈਕਚਰ ਦੇ ਵਿੱਚ ਸਾਰਾ ਇੰਡੀਆ ਦੀ ਜਿਹੜੀ ਸਮੱਸਿਆਵਾਂ ਨੇ ਜਾਂ ਜੋ ਸਿੱਖਾਂ ਦਾ ਬਾਹਰਲੇ ਦੇਸ਼ਾਂ 'ਚ ਪ੍ਰਭਾਵ ਹੈ। ਹਰਸਿਮ ਸਿੰਘ ਜੀ ਮੈਨੂੰ ਇੱਕ ਚੀਜ਼ ਸਮਝ ਆਈ ਹੈ। ਮੈਨੂੰ ਇਹ ਲੱਗਦਾ ਕਿ ਜਥੇਦਾਰ ਸਾਹਿਬ ਪਹਿਲੀ ਵਾਰੀ ਇਹ ਦੱਸਣ ਦੀ ਕੋਸ਼ਿਸ਼ ਵਿੱਚ ਲੱਗੇ ਰਹੇ ਕਿ ਅਸੀਂ ਪੰਜਾਬ ਦੇ ਵਿੱਚ ਹੀ ਸੀਮਤ ਨਹੀਂ, ਅਸੀਂ ਗਲੋਬਲੀ ਵਸੇ ਹੋਏ ਹਾਂ ਤੇ ਸਾਡੀ ਆਵਾਜ਼ ਨੂੰ ਤੁਸੀਂ ਦਬਾ ਨਹੀਂ ਸਕਦੇ, ਇਹ ਕਹਿਣਾ ਚਾਹ ਰਹੇ ਸੀ ਜਥੇਦਾਰ ਸਾਹਿਬ। ਲੇਕਿਨ ਗੱਲ ਇਹ ਹੈ ਨਾ ਜੀ, ਜੋ ਗੱਲ ਉਹਨਾਂ ਨੇ ਕੀਤੀ ਹੈ, ਸਵਾਲ ਇਹ ਹੈ ਕਿ ਪੀਸੀ ਜੀ ਜੋ ਦੇਖੋ ਆਪਾਂ ਨੂੰ ਉਸ ਤੋਂ ਅੱਗੇ ਦੇਖਣ ਦੀ ਲੋੜ ਹੈ ਕਿ ਜੋ ਸਿੰਘ ਸਾਹਿਬ ਦਾ ਵਿਚਾਰ ਹੈ, ਜੋ ਬਿਆਨ ਦਿੱਤਾ ਉਹਨਾਂ ਨੇ, ਇਸ ਤੋਂ ਅੱਗੇ ਕੀ ਗੱਲ ਹੈ। ਉਹ ਗੱਲ ਇਹ ਹੈ ਕਿ ਜਦੋਂ ਉਹਨਾਂ ਨੇ ਇੱਕ ਏਜੰਡਾ ਦੇ ਦਿੱਤਾ ਪੰਥ ਨੂੰ ਵੀ ਅਸੀਂ ਬਿਰਤਾਂਤ ਤੋੜਨਾ, ਇਹ ਬਿਰਤਾਂਤ ਕੇਵਲ ਮੀਡੀਆ ਤੱਕ ਸੀਮਤ ਨਹੀਂ ਹੈਗਾ, ਇਹ ਬਿਰਤਾਂਤ ਉਹ ਸਾਰੇ ਕਿਉਂਕਿ ਤਾਂ ਅੱਜ ਕੱਲ੍ਹ ਸ਼ਬਦ ਜਿਹੜਾ ਬਿਰਤਾਂਤ ਬਹੁਤ ਆਮ ਤੌਰ ਤੇ ਵਰਤਿਆ ਜਾ ਰਿਹਾ, ਆਮ ਹੋ ਰਿਹਾ। ਸਿੰਘ ਸਾਹਿਬ ਨੇ ਇਸ ਨੂੰ ਬਿਰਤਾਂਤ ਕਹਿੰਦੇ ਆ। ਸਵਾਲ ਇਹ ਹੈ ਕਿ ਜਿਹੜਾ ਉਹ ਗੱਲ ਕਹੀ ਉਹਨਾਂ ਨੇ ਆਇਆ, ਉਹ ਕੀ ਏਜੰਡਾ ਉਹਨਾਂ ਦੇ ਸਕਦੇ ਨੇ ਕਿ ਆਉਣ ਵਾਲੇ ਸਮੇਂ 'ਚ ਕਿਵੇਂ ਬਿਰਤਾਂਤ ਤੋੜਿਆ ਜਾਏਗਾ, ਕਿ ਮੀਡੀਆ ਦਾ ਸ਼ਕਤੀ ਆਪਣੀ ਵਧਾਈ ਜਾਏਗੀ, ਕਿ ਸਾਡੀ ਇੰਸਟੀਟਿਊਸ਼ਨਸ ਕਿਵੇਂ ਸਟਰੋਂਗ ਹੋਣਗੀਆਂ। ਅगर संवाद हरसिम सिंह जी सर माफ करना सर, एक मिनट सुन लो ना सर सुन लो ना सर, मैं तो संवाद ही रचाउणा सर मुद्दा यह है मीडिया ते इस तो पहला भी शिकंजा कसन की कोशिश की गई, उदों कोई भी जथेदार नहीं बोलिया सर, कदे बोले जथेदार साहब कोई नहीं। यही मैं कह रहा निवेकला, ये निवेकला उद्यम है। निवेकला उद्यम ये है कि जो आले दुआले दे हालात बने ने पंजाब दे पिछले 5 7 10 महीने दे विच, उन्हां हालात दा उन्हां ते असर है। नहीं एक मिनट हरसिम जी सर, मैनू एक सवाल जवाब दो सर मीडिया किसी धर्म नाल संबंधित उस नूं उभारन दी कोशिश की जा रही है, धर्म नाल हाँ। लेकिन जो सिख काज नूं जां सिखां दे अपने जिहड़ा दर्द है जां पंजाब दा दर्द है, उस नूं एड्रैस करने वाला कोई मीडिया तो होएगा ना जी। ਜਿਵੇਂ ਦੇਖੋ ਹਰ ਮੀਡੀਆ ਸਰ ਹਰਸਿਮ ਸਿੰਘ ਜੀ ਸਰ ਤੁਸੀਂ ਬਹੁਤ ਸਿਆਣੇ ਹੋ ਸਰ ਤੁਸੀਂ ਬੜੇ ਸਿਆਣੇ ਹੋ ਸਰ। ਮੀਡੀਆ ਦਾ ਧਰਮ ਤਾਂ ਪੱਤਰਕਾਰਤਾ ਸਰ। ਮੈਂ ਮੰਨ ਲਈ ਗੱਲ, ਜਿਹੜੀ ਉਹ ਪੱਤਰਕਾਰਤਾ ਹੈਗੀ, ਉਹ ਪੱਤਰਕਾਰਤਾ ਵੀ ਤਾਂ ਕਿ ਪੰਜਾਬ ਸੈਂਟਰਿਕ ਹੋਵੇ ਨਾ, ਪੰਥ ਸੈਂਟਰਿਕ ਹੋਵੇ। ਸਵਾਲ ਇਹ ਵੀ ਜਦੋਂ ਦੂਸਰੇ ਸਾਡੇ ਤੇ ਵਾਰ ਕਰਦੇ ਨੇ, ਮੈਂ ਗੱਲ ਇਸ ਤਰ੍ਹਾਂ ਲੈਣਾ, ਜਦੋਂ ਦੂਸਰਾ ਮੀਡੀਆ ਚਾਹੇ ਨੈਸ਼ਨਲ ਹੈ ਚਾਹੇ ਇੰਡੀਆ ਦਾ ਹੈ ਚਾਹੇ ਇੰਟਰਨੈਸ਼ਨਲ ਹੈ, ਜਦੋਂ ਵਾਰ ਕਰਦੇ ਨੇ ਉਹਦਾ ਵਾਰ ਦਾ ਜਵਾਬ ਕਿਵੇਂ ਦੇਣਾ ਹੈ, ਉਸ ਵਾਸਤੇ ਸਿੱਖ ਮੀਡੀਆ ਨੂੰ ਜਾਂ ਜਿਹੜੇ ਸਾਡੇ ਪੰਥ ਦੇ ਕਾਜ ਨੂੰ ਪੰਜਾਬ ਦੇ ਕਾਜ ਨੂੰ ਲੈ ਕੇ ਚੱਲਦੇ ਨੇ, ਉਹਨਾਂ ਕੋਲ ਕੀ ਸ਼ਕਤੀ ਕਿਵੇਂ ਸ਼ਕਤੀਸ਼ਾਲ ਕੀਤਾ ਜਾਵੇ, ਕਿਵੇਂ ਪਾਵਰ ਕੀਤਾ ਜਾਵੇ। ਦਿਸ ਇਜ਼ ਦ ਪੁਆਇੰਟ। चलो मैं वापस आऊँगा मैं वापस आऊँगा सर मैं बाकी मेहमानों भी जोड़ लवां सर। पीर मसा साहब जथेदार साहब ने उत्थे बहुत वड्डियां टिप्पणियां कीतियां, कोई शक नहीं। हरसिम सिंह हरी भी उन्हां ते मोहर ला रहे हैं। मेरा सवाल है पीर मसा जिहड़ा बरतांत तोड़ना है सर, उहदे लई प्लान की हैगा पीर मसा? केपी सिंह जी गल ये आ कि श्री अकाल तख्त साहब जी दे जथेदार साहब ने ये दुनिया नूं दस्सिया है कि जो अज साडे अख कान ने वो साडा मीडिया है और साडा जिहड़ी जबान है वो मीडिया है। एक तां असीं सोशल मीडिया के उपर जो कुछ मर्जी अपनी गल चंगे ढंग दे नाल पेश कर सकते हैं ते सानूं उत्थे भी रोकिया जाता है। जे असीं इलैक्ट्रॉनिक मीडिया दे विच गल करते हैं तो उत्थे दो धिरां आमो सामने खड़ियां करन दी कोशिश की जाती है। एक मीडिया वो है जिन्हों आपां गोदी मीडिया कहने आ, एक वो मीडिया जिन्हों सिख मीडिया कहने जां पंजाबी मीडिया कहने आ। ਤੇ ਉਸ ਨੂੰ ਜਦੋਂ ਤਾਂ ਔਰ ਸਿੰਘ ਸਾਹਿਬ ਜੀ ਨੇ ਬੜੀ ਇੱਕ ਸਪਸ਼ਟ ਗੱਲ ਕਹੀ ਹੈ ਕਿ ਕੋਈ ਨੋਇਡਾ ਦੇ ਵਿੱਚ ਬੈਠ ਕੇ ਆਪਣੇ ਸਟੂਡੀਓ 'ਚ ਗੱਲ ਕਰ ਰਿਹਾ, ਕੋਈ ਮੁੰਬਈ ਦੇ ਸਟੂਡੀਓ ਤੋਂ ਗੱਲ ਕਰ ਰਿਹਾ, ਉਸ ਦਾ ਨਾ ਤਾਂ ਪੇਜ ਹਟਾਇਆ ਜਾਂਦਾ, ਨਾ ਉਹਦਾ YouTube ਚੈਨਲ ਬੰਦ ਕੀਤਾ ਜਾਂਦਾ ਤੇ ਨਾ ਹੀ ਉਸ ਦਾ ਜਿਹੜਾ ਨੈਸ਼ਨਲ ਮੀਡੀਆ ਦਾ ਜਿਹੜਾ ਇੱਕ ਪ੍ਰਭਾਵ ਦਿੱਤਾ ਜਾਂਦਾ, ਨਾ ਉਹਨੂੰ ਕੁਝ ਦੇਖਿਆ ਜਾਂਦਾ। ਲੇਕਿਨ ਇਹ ਸਭ ਕੁਝ ਚੈੱਕ ਕਿੱਥੇ ਲਗਾਇਆ ਜਾ ਰਿਹਾ ਕਿ ਜਿਹੜਾ ਪੰਜਾਬ ਦੀ ਧਰਤੀ ਦੇ ਉੱਤੇ ਜੋ ਕੁਝ ਵਾਪਰ ਰਿਹਾ ਹੈ। ਕਿਉਂਕਿ ਅੱਜ ਕੀ ਇੱਕ ਘਟਨਾ ਵਾਪਰੀ ਕਿ ਕਿਸੇ ਟੀਵੀ ਚੈਨਲ ਨੇ ਹਰ ਚੀਜ਼ ਨੂੰ ਜਿਹੜਾ ਉੱਥੇ ਜਿਹੜੀ ਖਬਰ ਚੱਲ ਰਹੀ ਸੀ, ਨੈਸ਼ਨਲ ਮੀਡੀਆ ਦੀ ਮੈਂ ਗੱਲ ਕਰਦਾ, ਬੜਾ ਵੱਡਾ ਟੀਵੀ ਚੈਨਲ ਹੈ, ਉਹ ਨਾਲ ਦੀ ਨਾਲ ਹੀ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਜਿਹੜਾ ਇੱਥੇ ਫੋਰਸ ਲਗਾਈ ਗਈ ਹੈ ਤਖਤ ਦਮਦਮਾ ਸਾਹਿਬ ਵਿਖੇ ਆਲੇ ਦੁਆਲੇ, ਕਿ ਇੱਥੇ ਅਮਰਤਪਾਲ ਸਿੰਘ ਜਿਹੜਾ ਸਰੈਂਡਰ ਕਰਨ ਜਾ ਰਿਹਾ। मतलब कि उन्होंने कहा कि अमृतपाल सिंह का सरेंडर जथेदार की इकत्तरता, इस तरह का एक माहौल जिहड़ा उत्थे बनाउण दी कोशिश की गई। सो सिंह साहब जी ने उस संदर्भ दे विच गल कही कि देखो ये जदों आपां गल कर रहे हैं ਤਾਂ ਮੀਡੀਆ ਨੂੰ ਆਪਣੀ ਭੂਮਿਕਾ ਵੀ ਨਿਭਾਉਣੀ ਚਾਹੀਦੀ। ਜਿਹੜੇ ਬੈਠੇ ਸਨ ਉਹਨਾਂ ਨੂੰ ਵੀ ਉਹਨਾਂ ਕਿਹਾ ਕਿ ਤੁਹਾਡੀ ਕ੍ਰੈਡੀਬਿਲਿਟੀ ਇੰਨੀ ਮਜ਼ਬੂਤ ਹੋਣੀ ਚਾਹੀਦੀ ਹੈ ਕਿ ਤੁਹਾਡੀ ਕਈ ਗੱਲ ਲੋਕਾਂ ਦੇ ਵਿੱਚ ਯਕੀਨ ਦੇ ਵਿੱਚ ਹੋਵੇ,
ਲੋਕ ਇਹ ਮਹਿਸੂਸ ਕਰਨ ਕਿ ਜੋ ਮੀਡੀਆ ਕਹਿ ਰਿਹਾ ਹੈ ਉਹ ਵਾਕਿਆ ਹੀ ਇਹ ਗੱਲ ਵਾਪਰੀ ਏ। ਤੇ ਉਹ ਕਹਿੰਦੇ ਕਿ ਇੱਥੇ ਹੋ ਕੀ ਰਿਹਾ ਕਿ ਹਰ ਬੰਦਾ ਜਿਹੜਾ ਹੈ ਉਹ ਆਪਣੇ ਆਪ ਨੂੰ ਅੱਜ ਪੱਤਰਕਾਰ ਸਮਝ ਕੇ ਤੇ ਜੋ ਵੀ ਉਸਦੇ ਮੂੰਹ ਦੇ ਵਿੱਚ ਆਉਂਦਾ ਬੋਲ ਦਿੰਦਾ ਤੇ ਉਹ ਆਪਣੇ ਇੱਕ ਉਹਨੂੰ ਫਾਈਨਲ ਡਿਸੀਜਨ ਦੇ ਵਿੱਚ ਕਹਿ ਦਿੰਦਾ। ਨਹੀਂ ਬਿਲਕੁਲ ਠੀਕ ਹੈ ਪੀਰ ਸਾਹਿਬ, ਇਸ ਗੱਲ ਨਾਲ ਮੈਂ ਇਤਫਾਕ ਰੱਖਦਾ। ਮੀਡੀਆ ਦਾ ਕੰਮ ਹੈ ਸਾਰੇ ਪੱਖਾਂ ਦੀ ਗੱਲ ਨੂੰ ਉਭਾਰਨਾ, ਆਪਦਾ ਜਿਹੜਾ ਵਿਸ਼ਲੇਸ਼ਣ ਆ ਉਸ ਤੇ ਕਰਨਾ, ਪਰ ਡਿਸੀਜਨ ਮੇਕਰ ਨਹੀਂ ਹੋ ਸਕਦਾਗਾ। ਪਰ ਜਿਸ ਤਰੀਕੇ ਨਾਲ ਕੁਝ ਮੀਡੀਆ ਦੇ ਹਿੱਸੇ ਨੇ ਗੁੰਮਰਾਹਕੁਨ ਖਬਰਾਂ ਜਿਹੜੀਆਂ ਉਹ ਚਲਾਈਆਂ, ਉਹਦੇ ਨਾਲ ਪੂਰੇ ਮੀਡੀਆ ਦਾ ਜਿਹੜਾ ਕਿਰਦਾਰ ਹੈਗਾ ਉਸ ਤੇ ਉਂਗਲ ਚੁੱਕੀ ਜਾ ਰਹੀ ਹੈ। ਸਵਾਲ ਮੀਡੀਆ ਤੇ ਉੱਠ ਰਹੇ ਨੇ, ਸਵਾਲ ਕੌਮ ਤੇ ਉੱਠ ਰਹੇ ਨੇ, ਸਵਾਲ ਭਾਈਚਾਰੇ ਤੇ ਉੱਠ ਰਹੇ ਨੇ, ਸਵਾਲ ਕਾਨੂੰਨ ਵਿਵਸਥਾ ਤੇ ਉੱਠਦੇ ਪਏ ਆ, ਪਰ ਸਵਾਲ ਜਿਹੜੇ ਪੁੱਛਣੇ ਚਾਹੀਦੇ ਆ ਉਹ ਪੁੱਛੇ ਕਿਉਂ ਨਹੀਂ ਜਾ ਰਹੇ? ਅਸੀਂ ਪੁੱਛਾਂਗੇ, ਵਾਪਸ ਆ ਰਹੇ। ਜੇ ਪੰਜਾਬ ਦੇ ਵਿੱਚ ਸਾਡੀ ਆਵਾਜ਼ ਦੱਬੋਗੇ, ਅਸੀਂ USA ਤੋਂ ਬੋਲਾਂਗੇ, ਅਸੀਂ ਇੰਗਲੈਂਡ ਤੋਂ ਬੋਲਾਂਗੇ, ਅਸੀਂ ਆਸਟ੍ਰੇਲੀਆ ਤੋਂ ਬੋਲਾਂਗੇ, ਅਸੀਂ ਬੋਲਦੇ ਰਹਾਂਗੇ। ਸਾਡੀ ਆਵਾਜ਼ ਨੂੰ ਤੁਸੀਂ ਦਬਾ ਨਹੀਂ ਸਕਦੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਇਕਬਾਲ ਸਿੰਘ ਚੰਨੀ ਜੀ, ਸਰ ਆਮ ਆਦਮੀ ਪਾਰਟੀ ਤਾਂ ਆਈ ਨਹੀਂ, ਜੋ ਆਂਦੀ ਤਾਂ ਅਸੀਂ ਉਹਨਾਂ ਨੂੰ ਵੀ ਸਵਾਲ ਜ਼ਰੂਰ ਕਰਦੇ। ਸਿੱਧਾ ਜਥੇਦਾਰ ਸਾਹਿਬ ਨੇ ਕਿਹਾ ਕਿ ਦਿੱਲੀ ਨੂੰ ਪੰਜਾਬ ਦੀ ਸਾਈਕੀ ਸਮਝਣ ਦੀ ਜ਼ਰੂਰਤ ਹੈਗੀ ਹੈ। ਇਹ ਜਥੇਦਾਰ ਸਾਹਿਬ ਨੇ ਤਾਂ ਕਿਹਾ, ਇਸ ਤੋਂ ਪਹਿਲਾਂ ਕਿਸਾਨ ਅੰਦੋਲਨ ਦਾ, ਕਿਸਾਨ ਸੰਘਰਸ਼ ਦਾ ਹਵਾਲਾ ਵੀ ਦਿੱਤਾ ਜਾ ਰਿਹਾ। ਚੰਨੀ ਸਾਹਿਬ, ਮੇਰਾ ਸਵਾਲ ਹੈ ਚੰਨੀ ਸਾਹਿਬ, ਦਿੱਲੀ ਹਜੇ ਤੱਕ ਪੰਜਾਬ ਦੀ ਸਾਈਕੀ ਨਹੀਂ ਸਮਝ ਸਕੀ, ਜਥੇਦਾਰ ਨੂੰ ਇਹ ਕਿਉਂ ਕਹਿਣਾ ਪੈ ਰਿਹਾ? ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੱਖਾਂ ਦੇ ਸਭ ਤੋਂ ਸਤਿਕਾਰਤ ਹਸਤੀ ਨੇ ਤੇ ਸਿੱਖਾਂ ਵਿੱਚ ਸਭ ਤੋਂ ਉੱਚਾ ਅਹੁਦਾ ਉਹਨਾਂ ਦਾ, ਤੇ ਉਹਨਾਂ ਜੋ ਗੱਲ ਕਰਦੇ ਨੇ ਉਹ ਸਾਰੀ ਸਿੱਖ ਸੰਗਤ ਨੂੰ ਉਹ ਸਰਮਾਨੀ ਹੁੰਦੀ ਹੈ। ਪਰ ਗੱਲ ਇਹ ਹੈ ਵੀ ਅੱਜ ਜੋ ਹਾਲਾਤ ਪੈਦਾ ਹੋਏ ਨੇ, ਜੋ ਕੁਝ ਉੱਥੇ ਇਕੱਤਰਤਾ ਕਰਨ ਦੀ ਲੋੜ ਪਈ ਹੈ, ਮੈਂ ਸਮਝਦਾ ਇਹ ਕਨਫਿਊਜ਼ਨ ਦੇ ਵਿੱਚ ਸਾਰਾ ਕੁਝ ਹੋਇਆ। ਜਦੋਂ ਅੰਮ੍ਰਿਤਪਾਲ ਪੰਜਾਬ 'ਚ ਆਇਆ, ਉਸਨੇ ਜੋ ਗਰਮ ਖਿਆਲੀ ਬਿਆਨ ਦਿੱਤੇ, ਇਹ ਵੀ ਸਾਡੀ ਵਿਡੰਬਨਾ ਹੈ ਕਿ ਸਾਡੇ ਪੰਜਾਬ ਦੀ ਜਿਹੜੀ ਸੋਚ ਹੈ, ਪੰਜਾਬੀਆਂ ਦੀ ਸੋਚ ਹੈ, ਉਹ ਜਿਹੜਾ ਬੰਦਾ ਸਰਕਾਰ ਦੇ ਖਿਲਾਫ ਜਿੰਨੀ ਉੱਚੀ ਆਵਾਜ਼ ਨਾਲ ਬੋਲਦਾ ਉਨੇ ਹੀ ਲੋਕ ਉਹਦੇ ਮਗਰ ਲੱਗਦੇ ਨੇ। ਉਹਨੂੰ ਇਹ ਨਹੀਂ ਦੇਖਦੇ ਕਿ ਉਹਦਾ ਕੀ ਪਿੱਕੜ ਹੈ, ਉਹਦੀ ਕੀ ਕੁਰਬਾਨੀ ਹੈ, ਉਹਨੇ ਕੌਮ ਲਈ ਪਹਿਲਾਂ ਚੰਨੀ ਸਾਹਿਬ ਤੁਸੀਂ ਮੈਨੂੰ ਇੱਕ ਚੀਜ਼ ਸਾਫ਼ ਕਰ ਦਿਓ ਸਰ, ਬੜੇ ਸਿਆਣੇ ਹੋ ਸਰ ਤੁਸੀਂ ਇਸ ਡਿਬੇਟ ਨੂੰ ਅੰਮ੍ਰਿਤਪਾਲ ਤੇ ਫੋਕਸ ਕਰਨਾ ਚਾਹੁੰਦੇ ਹੋ, ਮੈਨੂੰ ਇਹ ਦੱਸ ਦਿਓ ਸਰ। ਬਿਲਕੁਲ ਨਹੀਂ। ਹਾਂ, ਤੇ ਮੇਰੀ ਗੁਜ਼ਾਰਿਸ਼ ਹੈ ਚੰਨੀ ਸਾਹਿਬ, ਮੈਂ ਤਾਂ ਸਿੱਧਾ ਸਵਾਲ ਕਰ, ਜਥੇਦਾਰ ਸਾਹਿਬ ਨੂੰ ਇਹ ਕਿਉਂ ਕਹਿਣਾ ਪੈ ਰਿਹਾ ਕਿ ਦਿੱਲੀ ਪੰਜਾਬ ਦੀ ਸਾਈਕੀ ਸਮਝੇ? ਸਰ ਕਿਉਂ ਕਹਿਣਾ ਪੈ ਰਿਹਾ, ਮੈਨੂੰ ਤਾਂ ਇਹ ਦੱਸ ਦਿਓ ਨਾ ਸਰ। ਮੈਂ ਉਹੀ ਸਮਝਾਉਣ ਦੀ ਉਸੇ ਗੱਲ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਸਾਈਕੀ ਤੇ ਆ ਰਿਹਾ ਸੀ। ਹਾਂ, ਮੈਂ ਇਹ ਕਹਿ ਰਿਹਾ ਕਿ ਪੰਜਾਬ ਦੀ ਜਿਹੜੀ ਸੋਚ ਹੈ, ਉਹ ਜਿਹੜਾ ਬੰਦਾ, ਜੋ ਵੀ ਸੰਸਥਾ ਸਰਕਾਰ ਦੇ ਖਿਲਾਫ ਜਿੰਨਾ ਜ਼ਿਆਦਾ ਬੋਲਦੀ ਹੈ, ਲੋਕ ਉਹਨੂੰ ਓਨਾ ਜ਼ਿਆਦਾ ਪਸੰਦ ਕਰਦੇ ਨੇ। ਇਸੇ ਕਰਕੇ ਅੰਮ੍ਰਿਤਪਾਲ ਵਾਲਾ ਸੀਨ ਪੰਜਾਬ 'ਚ ਐਡਾ ਵੱਡਾ ਕ੍ਰੀਏਟ ਹੋਇਆ। ਰਹੀ ਗੱਲ ਜਥੇਦਾਰ ਸਾਹਿਬ ਦੀ, ਜਿਹੜੀ ਦਿੱਲੀ ਦੀ, ਉਹਨਾਂ ਨੇ ਦੋਨਾਂ ਬਾਰੇ ਕਿਹਾ, ਪੰਜਾਬ ਬਾਰੇ ਤੇ ਦਿੱਲੀ ਬਾਰੇ। ਪੰਜਾਬ ਬਾਰੇ ਤਾਂ ਗੱਲ ਕਰੂਗੀ ਆਪ ਪਾਰਟੀ, ਮੈਂ ਦਿੱਲੀ ਬਾਰੇ ਜ਼ਰੂਰ ਸਾਫ਼ ਕਰਨਾ ਚਾਹਾਂਗਾ ਕਿ ਦਿੱਲੀ ਦੀ ਜੋ ਕੇਂਦਰੀ ਸਰਕਾਰ ਹੈ, ਉਹ ਸਿੱਖ ਸਾਈਕੀ ਨੂੰ ਪੂਰੀ ਤਰ੍ਹਾਂ ਜੇ ਨਹੀਂ ਸਮਝਦੀ ਤਾਂ ਉਹ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਹਦੇ ਸਬੂਤ ਆਪਣੇ ਸਾਹਮਣੇ ਨੇ ਕਿ ਪਿਛਲੇ ਕਈ ਸਾਲਾਂ ਤੋਂ ਨਰਿੰਦਰ ਮੋਦੀ ਪੰਜਾਬ ਦੇ ਸਿੱਖ ਮਸਲਿਆਂ ਲਈ, ਸਿੱਖ ਕਾਜ ਲਈ ਕਾਫੀ ਕੁਝ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਿੱਖ ਸੰਸਥਾਵਾਂ ਨੂੰ ਵੀ ਮਿਲਣ ਦੀ ਕੋਸ਼ਿਸ਼ ਕੀਤੀ ਹੈ। ਸਿੱਖ ਜਿਹੜੇ ਸਿੱਖੀ ਨਾਲ ਸੰਬੰਧਿਤ ਲੋਕ ਨੇ ਉਹਨਾਂ ਨੂੰ ਮਿਲਣ ਦੀ ਵੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਵੀ ਮਿਲੇ ਨੇ ਤੇ ਉਹਨਾਂ ਸੁਝਾਅ ਵੀ ਮੰਗੇ ਨੇ। ਤੇ ਕਈ ਜਿਵੇਂ ਹੇਮਕੁੰਟ ਸਾਹਿਬ ਦਾ ਰੋਪਵੇ ਬਣਾਇਆ, ਕਾਰੀਡੋਰ ਖੋਲਿਆ ਕਰਤਾਰਪੁਰ ਸਾਹਿਬ ਦਾ, ਚੰਨੀ ਸਾਹਿਬ ਤੁਸੀਂ ਬਹੁਤ ਚੀਜ਼ਾਂ ਗਿਣਾ ਸਕਦੇ ਹੋ, ਮੈਂ ਸਮਝ ਸਕਦਾ। ਚੰਨੀ ਸਾਹਿਬ ਸੁਣ ਤਾਂ ਲਓ ਨਾ ਸਰ, ਸਵਾਲ ਤਾਂ ਲੈ ਲਓ ਨਾ। ਚੰਨੀ ਸਾਹਿਬ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜਥੇਦਾਰ ਸਾਹਿਬ ਨੇ ਤੁਹਾਨੂੰ ਜਾਣ ਬੁੱਝ ਕੇ ਕਟਹਿਰੇ 'ਚ ਖੜਾ ਕਰਤਾ? ਨਹੀਂ, ਅਸੀਂ ਇਹ ਬਿਲਕੁਲ ਨਹੀਂ ਕਹਿੰਦੇ ਜਥੇਦਾਰ ਸਾਹਿਬ ਬਾਰੇ। ਜਥੇਦਾਰ ਬਹੁਤ ਸਤਿਕਾਰਯੋਗ ਨੇ। ਮੈਂ ਸਮਝਦਾ ਕਿ ਕਨਫਿਊਜ਼ਨ ਦੇ ਵਿੱਚ ਇਹ ਗੱਲ ਸਾਰੀ ਹੈਗੀ ਹੈ, ਕਿਉਂਕਿ ਜਿਵੇਂ ਪਿਛਲਾ ਵਰਤਾਰਾ ਸੀ। ਚੰਨੀ ਸਾਹਿਬ ਥੋੜਾ ਜਿਹਾ ਕਲੀਅਰ ਕਰ ਦਿਓ ਸਰ। ਮੈਂ ਚਾਹੁੰਦਾ ਸਾਡੇ ਸਰ ਦਰਸ਼ਕ ਨੂੰ ਕੱਲਾ ਸ਼ਬਦ ਸਮਝ ਆਵੇ ਤੁਹਾਡਾ। ਕਨਫਿਊਜ਼ਨ 'ਚ ਕੌਣ ਹੈ? ਇੱਕ ਮਿੰਟ ਸਰ, ਸਰਕਾਰ ਕਨਫਿਊਜ਼ਨ 'ਚ, ਇੱਕ ਮਿੰਟ ਸਰ ਸੁਣ ਤਾਂ ਲਓ ਨਾ ਚੰਨੀ ਸਾਹਿਬ। ਸਰਕਾਰ ਕਨਫਿਊਜ਼ਨ 'ਚ ਹੈ,
ਜਥੇਦਾਰ ਸਾਹਿਬ ਕਨਫਿਊਜ਼ ਹੈ, ਕੌਣ ਕਨਫਿਊਜ਼ ਹੈ ਸਰ? ਜਾਂ ਕੌਮ ਕਨਫਿਊਜ਼ ਹੈ ਜਾਂ ਸਾਰਿਆਂ ਨੇ ਰਲ ਕੇ ਕੌਮ ਨੂੰ ਕਨਫਿਊਜ਼ ਕੀਤਾ ਹੋਇਆ? ਕਨਫਿਊਜ਼ਨ ਇਸ ਗੱਲ ਦਾ ਹੈ, ਸ਼੍ਰੋਮਣੀ ਅਕਾਲੀ ਦਲ ਜਿਹੜੀ ਸਿੱਖਾਂ ਦੀ ਨੁਮਾਇੰਦਾ ਪਾਰਟੀ ਹੈ ਹੁਣ ਤੱਕ ਰਹੀ ਹੈ, ਹੁਣ ਸ਼ਾਇਦ ਚਲੋ ਕੁਝ ਕਮੀਆਂ ਪੇਸ਼ੀਆਂ ਕਰਕੇ ਥੋੜਾ ਜਿਹਾ ਨਿਗਾਰ ਵੱਲ ਆਈ ਹੈ, ਉਹ ਸਾਰੀ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਇੱਕ ਸਾਂਝਾ ਸਿਸਟਮ ਚੱਲਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਥੱਲੇ ਸ਼੍ਰੋਮਣੀ ਕਮੇਟੀ ਨਾਲ ਇਲੈਕਸ਼ਨ ਲੜੀਆਂ ਜਾਂਦੀਆਂ ਨੇ। ਜਦੋਂ ਅੰਮ੍ਰਿਤਪਾਲ ਦਾ ਇਸ਼ੂ ਹੋਇਆ, ਮੈਂ ਸਮਝਦਾ ਕਿ ਸਾਰੀ ਜਿਹੜਾ ਵਰਤਾਂਤ ਹੈ ਇਹ ਅੰਮ੍ਰਿਤਪਾਲ ਤੋਂ ਪਹਿਲਾਂ ਆਪਣਾ ਇੱਥੇ ਏਦਾਂ ਕੋਈ ਰੌਲਾ ਰੱਪਾ ਨਹੀਂ ਸੀਗਾ। ਕੁਝ ਗੱਲਾਂ ਸੀਗੀਆਂ ਸਿੱਖ ਪੰਥ ਨੂੰ ਸੀਗੇ ਕੁਝ ਨਵੇਂ ਹੋਏ ਨੇ, ਉਹਦੇ 18 ਮਾਰਚ ਵਾਲੇ ਵਰਤਾਂਤ ਤੋਂ ਬਾਅਦ ਹੋਏ ਨੇ। ਚਲੋ ਠੀਕ ਹੈ ਚੰਨੀ ਸਾਹਿਬ, ਤੁਹਾਡਾ ਆਰਗੂਮੈਂਟ ਆ ਗਿਆ, ਤੁਹਾਡਾ ਆਰਗੂਮੈਂਟ ਆ ਗਿਆ। ਅਕਾਲੀ ਦਲ ਜਵਾਬ ਦੇਣਾ ਚਾਹੁੰਦਾ, ਅਕਾਲੀ ਦਲ ਜਵਾਬ ਦੇਣਾ ਚਾਹੁੰਦਾ। ਹਾਂ ਪੀਰ ਮਸਾ ਬੋਲੋ। ਬਿਲਕੁਲ ਗੱਲ ਪੂਰੀ ਕਰ ਲੈਣ ਚੰਨੀ ਸਾਹਿਬ ਤੁਹਾਡੀ ਗੱਲ ਪੂਰੀ ਹੋਗੀ ਨਾ? ਹੁਣ 1 ਮਿੰਟ ਰੁਕ ਜਾਓ, ਕਿਰਪਾ ਕਰਕੇ ਸਰ, ਮੈਨੂੰ ਜੋੜ ਲੈਣ ਦਿਓ ਨਾ। ਬਾਕੀ ਮੈਂ ਆ ਰਿਹਾ ਚੰਨੀ ਸਾਹਿਬ, ਆ ਜਾਊਗਾ ਸਰ, ਆ ਜਾਊਗਾ ਤੁਹਾਡੇ ਕੋਲ। ਚੰਨੀ ਸਾਹਿਬ ਆ ਜਾਊਗਾ ਸਰ, ਤੁਹਾਡੇ ਕੋਲ ਆ ਜਾਊਗਾ। ਹਾਂ ਪੀਰ ਮਸਾ ਬੋਲੋ। ਇੱਧਰ ਕੀ ਜਾਂ ਉਧਰ ਕੀ ਕਰਨੇ ਕੀ ਨਹੀਂ ਲੋੜ ਹੈਗੀ। ਗੱਲ ਹੈਗੀ ਹੈ ਕਿ ਜਿਵੇਂ ਉਹ ਕਹਿੰਦੇ ਆ ਨਾ ਕਿ ਕਾਫਲਾ ਕਿਉਂ ਲੁੱਟਿਆ ਗਿਆ। ਅਸਲ ਦੇ ਵਿੱਚ ਚੰਨੀ ਜੀ, ਅਸਲ ਜਿਹੜੀ ਕੇਪੀ ਸਿੰਘ ਜੀ ਤੁਹਾਨੂੰ ਸਵਾਲ ਕਰ ਰਹੇ ਨੇ, ਤੁਸੀਂ ਉਹਦਾ ਜਵਾਬ ਸਪਸ਼ਟ ਰੂਪ ਵਿੱਚ ਦਿਓ ਕਿ ਕੇਂਦਰ ਸਰਕਾਰ ਨੇ ਜੋ ਕਾਂਗਰਸ ਸਰਕਾਰਾਂ ਵੇਲੇ ਸਿੱਖਾਂ ਪ੍ਰਤੀ ਇੱਕ ਨੀਤੀ ਬਣਾਈ ਏ, ਉਹ ਨੀਤੀ ਦੇ ਉੱਤੇ ਅੱਜ ਵੀ ਚੱਲ ਰਹੀ ਏ ਬੀਜੇਪੀ ਦੀ ਸਰਕਾਰ। ਉਸ ਨੂੰ ਆਪਣੀ ਨੀਤੀ ਚੇਂਜ ਕਰਨੀ ਚਾਹੀਦੀ ਹੈ, ਜਿਹੜੀ ਸਿੱਖ ਸਾਈਕੀ ਨੂੰ ਸਮਝਣਾ ਚਾਹੀਦਾ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਬੜੇ ਸਾਫ਼ ਤੇ ਸਪਸ਼ਟ ਸ਼ਬਦਾਂ ਵਿੱਚ ਕਹਿ ਚੁੱਕੇ ਆ ਕਿ ਤੁਸੀਂ ਜਦੋਂ ਮੀਡੀਆ ਦੀ ਆਵਾਜ਼ ਦਬ ਰਹੇ ਹੋ, ਜਦੋਂ ਤੁਸੀਂ ਜੁਡੀਸ਼ਰੀ ਦੀ ਆਵਾਜ਼ ਦਬੋਗੇ, ਜਦੋਂ ਤੁਸੀਂ ਲੋਕ ਰਾਜ ਨੂੰ ਜਿਹੜਾ ਲੋਕਤੰਤਰ ਹੈ ਉਹਨੂੰ ਲੁੱਟ ਤੰਤਰ ਦੇ ਵਿੱਚ ਬਦਲੋਗੇ, ਤਾਂ ਫਿਰ ਇਸ ਤਰ੍ਹਾਂ ਦੇ ਹਾਲਾਤ ਬਣਨਗੇ। ਨਹੀਂ ਪੀਰ ਮਸਾਬ ਇੱਕ ਸਵਾਲ ਤੁਸੀਂ ਵੀ ਲੈ ਲਓ। ਪੀਰ ਮਸਾਬ ਤੁਸੀਂ ਸਵਾਲ ਜਿੰਨੇ ਮਰਜ਼ੀ ਚੁੱਕੋ ਸਰ, ਮੈਨੂੰ ਕੋਈ ਦਿੱਕਤ ਨਹੀਂ। ਪੀਰ ਮਸਾਬ 1.5 ਸਾਲ ਤੋਂ ਪਹਿਲਾਂ ਤੱਕ ਦਿੱਲੀ ਸਿੱਖ ਸਾਈਕੀ ਸਮਝਦੀ ਸੀ, ਹੁਣ ਨਹੀਂ ਸਮਝਦੀ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਦੇਖੋ ਮੈਂ ਇਹੋ ਹੀ ਗੱਲ ਕਹਿਣਾ ਕਿ ਇਹੋ ਹੀ ਗੱਲ ਜਿਹੜੀ ਸਹੀ ਨਹੀਂ ਹੋਈ, ਚਾਹੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਦਾ ਸਮਾਂ ਸੀ, ਅਸੀਂ ਇੱਕ ਦੂਸਰੇ ਦੇ ਮੂੰਹ ਵੱਲ ਦੇਖਦੇ ਰਹੇ ਕਿ ਇਹ ਸ਼ਾਇਦ ਆਪਣੀ ਨੀਤੀ ਨੂੰ ਬਦਲ ਲੈਣਗੇ, ਪਰ ਇਹਨਾਂ ਨੇ ਨੀਤੀ ਬਦਲਣ ਦੀ ਜਗ੍ਹਾ ਇਹਨਾਂ ਨੇ ਸਾਨੂੰ ਬਦਲਣ ਦੀ ਕੋਸ਼ਿਸ਼ ਕੀਤੀ। ਇਹਨਾਂ ਨੇ ਕਿਹਾ ਕਿ ਕੋਈ ਨਹੀਂ, ਇਹਨਾਂ ਨੂੰ ਰਿਪਲੇਸ ਕਰਕੇ ਕੋਈ ਇੱਕ ਹੋਰ ਧਿਰ ਖੜੀ ਕਰਕੇ ਉਸ ਨੂੰ ਨਾਲ ਲੈ ਕੇ ਅਸੀਂ ਕੁਝ ਕਰ ਸਕਦੇ ਹਾਂ। ਉਸੇ ਦੇ ਵਿੱਚੋਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨ ਦੇ ਯਤਨ ਕੀਤੇ ਗਏ। ਅਲੱਗ-ਅਲੱਗ ਪੀਰ ਮਸਾਬ ਜਿਵੇਂ ਇਹਨਾਂ ਨੇ ਆਪ ਦੱਸਿਆ, ਸੁਣੋ ਆਪ ਇਕਬਾਲੀਆ ਬਿਆਨ ਹੈ ਚੰਨੀ ਸਾਹਿਬ ਦਾ ਕਿ ਅਸੀਂ ਸਿੱਖ ਡੈਲੀਗੇਟਸ ਨਾਲ ਗੱਲ ਕਰਦੇ ਰਹੋ। ਕਿਹੜੇ ਸਿੱਖ ਡੈਲੀਗੇਟਸ ਹਨ? ਪੰਜਾਬ ਦਾ ਸਮੱਸਿਆ ਹੋਵੇ ਤਾਂ ਤੁਸੀਂ ਬਾਹਰੋਂ ਵਿਦੇਸ਼ਾਂ ਤੋਂ ਬੁਲਾ ਕੇ ਬੰਦਿਆਂ ਨਾਲ ਗੱਲ ਕਰਦੇ ਹੋ, ਇਹਦਾ ਕੀ ਰਿਜ਼ਲਟ? ਚਲੋ ਪੀਰ ਮਸਾਬ ਮੈਨੂੰ ਇੱਕ ਚੀਜ਼ ਸਪਸ਼ਟ ਕਰ ਦਿਓ, ਫਿਰ ਮੈਂ ਬ੍ਰੇਕ ਲੈਣੀ ਹੈ। ਮੈਂ ਆ ਰਿਹਾ ਚੰਨੀ ਸਾਹਿਬ, ਕੀ ਸ਼੍ਰੋਮਣੀ ਅਕਾਲੀ ਦਲ ਸਿੱਖ ਸਾਈਕੀ ਹੈ? ਹੋਰ ਕੋਈ ਪਾਰਟੀ ਦੇ ਵਿੱਚ ਕੋਈ ਸਿੱਖ ਜਾਂਦਾ ਹੈ, ਉਹ ਸਿੱਖ ਸਾਈਕੀ ਨੂੰ ਨਹੀਂ ਸਮਝਦੀ ਪਾਰਟੀ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਦੇਖੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੇ ਕੀ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀ ਕਿਹਾ? ਉਹਨਾਂ ਨੇ ਇਹ ਗੱਲ ਕਹੀ ਹੈ ਕਿ ਤੁਹਾਡੇ ਸਾਹਮਣੇ ਕਿ ਸਾਡੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਜਿਹੜੇ ਸਾਡੇ ਆਪਣੇ ਝੰਡੇ ਨੇ, ਉਹਨਾਂ ਨੂੰ ਇੰਜ ਪੇਸ਼ ਕੀਤਾ ਜਾ ਰਿਹਾ ਕਿ ਜਿਵੇਂ ਇੱਕ ਅਲੱਗ ਦੇਸ਼ ਦਾ ਘੋਸ਼ਿਤ ਕਰ ਦਿੱਤਾ ਹੋਵੇ। ਜਿਹੜੀਆਂ ਸਾਡੀਆਂ ਰਿਆਸਤਾਂ ਸਨ ਉਹਨਾਂ ਨੂੰ ਇੰਜ ਸ਼ੋਅ ਕੀਤਾ ਜਾ ਰਿਹਾ। ਔਰ ਸਿੰਘ ਸਾਹਿਬ ਜੀ ਨੇ ਉੱਥੇ ਇੱਕ ਹੋਰ ਬੜੀ ਦਿਲਚਸਪ ਗੱਲ ਕਹੀ ਹੈ। ਉਹਨਾਂ ਕਿਹਾ ਕਿ ਜਿਹੜੇ ਖਾਲਸਾਈ ਬੋਲਬਾਲੇ ਨੇ, ਤੁਸੀਂ ਤਾਂ ਕੱਲ ਨੂੰ ਉਹਨਾਂ ਨੂੰ ਵੀ ਵਿਗਾੜ ਕੇ ਪੇਸ਼ ਕਰੋਗੇ ਕਿ ਜਿਵੇਂ ਇੱਕ ਚੜ੍ਹਦੀ ਕਲਾ ਸ਼ਬਦ ਵਰਤ ਲਿਆ ਅਮਰਤਪਾਲ ਸਿੰਘ ਨੇ, ਤਾਂ ਇੱਕ ਨੈਸ਼ਨਲ ਟੀਵੀ ਚੈਨਲ ਚੜ੍ਹਦੀ ਕਲਾ ਪਿੰਡ ਲੱਭਦਾ ਫਿਰਿਆ। ਇਸੇ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਕੱਲ ਨੂੰ ਅਸੀਂ ਕਹੀਏ ਕਿ ਅਸੀਂ ਚਾਹ ਨਹੀਂ ਪੀਣੀ, ਇਸ ਤਾਂ ਸਮੁੰਦਰ ਛਕਣਾ, ਤਾਂ ਤੁਸੀਂ ਜਿਹੜੀਆਂ ਆਪਣੇ ਸਮੁੰਦਰ ਦੇ ਕੰਢੇ ਕੋਰਟਾਂ ਦੇ ਉੱਪਰ ਤੁਸੀਂ ਫੌਜ ਲਗਾ ਦਿਓਗੇ ਕਿ ਲਵੀ ਸਿੰਘ ਜਿਹੜੇ ਸਮੁੰਦਰ ਪੀਣ ਆ ਕੇ ਨੇ। ਇਹ ਜਿਹੜੀਆਂ ਗੱਲਾਂ ਨੇ, ਉਹਨਾਂ ਨੇ ਕਿਹਾ ਕਿ ਸਿੱਖ ਸਾਈਕੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਸਾਡੇ ਬੋਲ ਬਾਲੇ ਜਿਹੜੇ ਆ, ਸਾਡੀ ਜਿਹੜੀ ਆਜ਼ਾਦਾਨਾ ਹਸਤੀ ਏ, ਉਹਨੂੰ ਖੋਰਾ ਲਾਉਣ ਵਾਲੀਆਂ ਤੁਸੀਂ ਗੱਲਾਂ ਕਰਨੀਆਂ ਬੰਦ ਕਰੋ। ਜਿਵੇਂ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਰਾਜ ਭਾਗ ਦੇ ਵਿੱਚ ਤੁਹਾਡਾ ਧਰਮ ਜਿਹੜਾ ਵਧੇ ਫੁੱਲੇ, ਉਵੇਂ ਸਿੱਖ ਕੌਮ ਵੀ ਚਾਹੁੰਦੀ ਕਿ ਅਸੀਂ ਰੋਜ਼ ਜਿਹੜਾ ਕਿ ਸੰਕਲਪ ਲੈ ਕੇ ਚੱਲਦੇ ਆ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਵਾਰ ਹੋਏ ਸਭ ਮਿਲੇਗੇ, ਬਚੇ ਸ਼ਰਮ ਜੋ ਹੋਏ, ਕਿ ਉਸ ਦੇ ਉੱਤੇ ਪਹਿਰਾ ਦੇਣ ਦੀ ਲੋੜ ਹੈ। ਚਲੋ ਮੈਂ ਇੱਕ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਵਾਂਗੇ। ਇਹ ਬਹੁਤ ਵੱਡੇ ਮਸਲੇ ਹੈਗੇ ਜਿਨ੍ਹਾਂ ਨੂੰ ਸਮਝਣ ਲਈ ਬਹੁਤ ਵਕਤ ਦੀ ਜ਼ਰੂਰਤ ਹੈਗੀ ਹੈ। ਤੁਸੀਂ ਕੁਝ ਲੋਕ ਵਿੱਚ ਕੁਝ ਦਰਸ਼ਕ ਸਾਡੇ ਇਹ ਵੀ ਕਹਿੰਦੇ ਹੋਣਗੇ ਕਿ ਗੱਲ ਨੂੰ ਬਹੁਤ ਜਲਦੀ ਕੱਟ ਦਿੰਦਾ ਐਂਕਰ, ਪਰ ਵਕਤੀ ਨਿਜਾਕਤ ਦੇ ਹਿਸਾਬ ਨਾਲ
मैं सारे मसलियां की गल करना चाਹੁੰਦਾ ਤੇ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਇਸੇ ਕਰਕੇ ਕਰਨਾ ਚਾਹੁੰਦਾ। ਵਾਪਸ ਆ ਰਿਹਾ। ਜੇ ਪੰਜਾਬ ਦੇ ਵਿੱਚ ਸਾਡੀ ਆਵਾਜ਼ ਦੱਬੋਗੇ, ਅਸੀਂ USA ਤੋਂ ਬੋਲਾਂਗੇ, ਅਸੀਂ ਇੰਗਲੈਂਡ ਤੋਂ ਬੋਲਾਂਗੇ, ਅਸੀਂ ਆਸਟ੍ਰੇਲੀਆ ਤੋਂ ਬੋਲਾਂਗੇ, ਅਸੀਂ ਬੋਲਦੇ ਰਹਾਂਗੇ। ਸਾਡੀ ਆਵਾਜ਼ ਨੂੰ ਤੁਸੀਂ ਦਬਾ ਨਹੀਂ ਸਕਦੇ। एक बार फिर थोड़ा स्वागत करते हैं। हरसिमरत सिंह जी, जब मैं आ रहा थोड़े को, मैं चन्नी साहब का एक विचार ले ला। चन्नी साहब, जो अकाली दल ये सवाल चुकता पाया, जथेदार साहब ने ये सवाल चुकिया कि ਜਿਹੜੇ सिख रियासत के झंडे आ उन्होंने खालिस्तान के झंडे कह के बदनाम किया गया कि बीजेपी का ये स्टैंड है कि जो जथेदार साहब कह रहे, जो अकाली दल कह रहा है, वो सही कह रहे हैं। चन्नी साहब ਦੇਖੋ, ਜਿਹੜੀ ਝੰਡਿਆਂ ਦੀ ਗੱਲ ਹੈ ਉਹ ਸਰਕਾਰ ਵੱਲੋਂ ਨਹੀਂ, ਇੱਕ ਪੁਲਿਸ ਅਫਸਰ ਵੱਲੋਂ ਕਹੀ ਗਈ ਹੈ। ਇਹ ਹੁਣ ਇਹ ਨਹੀਂ ਪਤਾ ਜਿਹੜੇ ਬੰਦੇ ਕੋਲੋਂ ਉਹ ਮੋਬਾਈਲ ਚੋਂ ਮਿਲੇ ਨੇ ਉਹਨੇ ਇਹਨਾਂ ਬਾਰੇ ਕੀ ਕਿਹਾ। ਪਹਿਲਾਂ ਇਸ ਗੱਲ ਦੀ ਇਨਵੈਸਟੀਗੇਸ਼ਨ ਹੋਊਗੀ। चन्नी साहब एक मिनट, चन्नी साहब मेरा बड़ा, मैं चन्नी साहब एक मिनट सर सुन लो, चन्नी साहब एक मिनट सर सुन लो सर, सारी दुनिया ਤੁਹਾਨੂੰ ਸੁਣਦੀ ਪਈ ਹੈ ਸਰ। ਚੰਨੀ ਸਾਹਿਬ, ਬਹੁਤ ਸਪਸ਼ਟ ਮੈਂ ਸਵਾਲ ਕਰ ਰਿਹਾ ਹਾਂ। ਤੁਸੀਂ ਬਤੌਰ ਸਿੱਖ ਚੰਨੀ ਸਾਹਿਬ, ਤੁਸੀਂ ਇਹ ਗੱਲ ਕਹਿ ਸਕਦੇ ਹੋ ਕਿ ਉਹ ਸਿੱਖ ਰਿਆਸਤ ਦੇ ਝੰਡੇ ਨਹੀਂ ਜਿਹੜੇ ਪੇਸ਼ ਕੀਤੇ ਗਏ? ਮੈਂ ਬਿਲਕੁਲ ਨਹੀਂ ਕਹਿੰਦਾ। ਫਿਰ ਸਰ ਉਹਦਾ ਸਟੈਂਡ ਸਪਸ਼ਟ ਕਰੋ ਨਾ, ਕਿਉਂ ਤੁਸੀਂ ਗੋਲ ਗੋਲ ਕਿਉਂ ਘੁੰਮਦੇ ਪਏ ਹੋ? ਸਟੈਂਡ ਸਪਸ਼ਟ ਕਰ ਦਿਓ ਫਿਰ ਵੀ ਜਥੇਦਾਰ ਸਾਹਿਬ ਝੂਠ ਬੋਲਦੇ ਪਏ, ਕਹਿ ਦਿਓ ਨਾ ਫਿਰ ਜਥੇਦਾਰ ਸਾਹਿਬ ਝੂਠ ਬੋਲਦੇ ਪਏ। ਕਿਸੇ ਦੀ ਨਹੀਂ ਅੰਮ੍ਰਿਤਪਾਲ ਤੋਂ ਸਵਾ ਕਿਸੇ ਨੇ ਖਾਲਿਸਤਾਨ ਦੀ ਡਿਮਾਂਡ ਨਹੀਂ ਕੀਤੀ ਪੰਜਾਬ 'ਚ। सर मैं खालिस्तान की डिमांड ही नहीं गल ही नहीं करता पाया सर, खालिस्तान डिमांड की गल नहीं करता पाया मैं सिर्फ ये समझना चाहना है जेडे सिख रियासत के झंडे खालिस्तानी झंडे कहे गए, जयदर साहब गलत कह रहे हैं कि नहीं सर? चन्नी साहब नहीं, मैं नहीं हो खालिस्तान के झंडे, मैं तो गल कह नहीं रहा, वो मैं तो गल कह नहीं रहा भी खालिस्तान के झंडे ने वो मैं कह रहा कि जेडे बंदे दे मोबाइल चों मिले ने उन्हें इन्वेस्टिगेशन वेले अफसर नूं की कहा की नहीं किया, उस चक्कर हो सकता है। ठीक मैं गल कह रहा सरकार कुछ ठीक नहीं कह रही, केंद्रीय सरकार ने। चलो चन्नी साहब एक चीज होर दस दो, चन्नी साहब एक चीज होर दस दो, चन्नी साहब एक चीज होर दस दो सर, चन्नी साहब एक चीज होर दस दो सर। सर कौमी मीडिया ने ते रीजनल मीडिया ने कि उन्हां मुद्दिआं दे उत्ते अपनी सही भूमिका निभाई सर? उन्हां झंडिਆਂ ਦੇ ਬਾਰੇ ਕਿਸੇ ਨੂੰ ਦੱਸਿਆ ਵੀ ਇਹ ਸਿੱਖ ਰਿਆਸਤ ਦੇ ਝੰਡੇ ਆ, ਭਾਈ ਖਾਲਿਸਤਾਨ ਦੇ ਝੰਡੇ ਕਹਿ ਕੇ ਇਹਨੂੰ ਪ੍ਰਚਾਰਿਆ ਜਾ ਰਿਹਾ ਜਾਂ ਬਦਨਾਮ ਕੀਤਾ ਜਾ ਰਿਹਾ ਪੂਰੀ ਕੌਮ ਨੂੰ? ਬੀਜੇਪੀ ਦਾ ਉਸ ਵਕਤ ਸਟੈਂਡ ਕੀ ਸੀ ਸਰ ਤੇ ਅੱਜ ਕੀ ਸਟੈਂਡ ਹੈ ਸਰ, ਜਦੋਂ ਦੱਸੇ ਗਏ ਸੀ ਵੀ ਇਹ ਖਾਲਿਸਤਾਨ ਦੇ ਝੰਡੇ ਆ? ਇਹ ਦੇਖੋ, ਮੀਡੀਆ ਦੀ ਜਿਹੜੀ ਗੱਲ ਹੈ, ਮੀਡੀਆ ਮੋਸਟਲੀ ਆਪਣੇ ਤੌਰ ਤੇ ਉਹਨੂੰ ਕੋਈ ਡਾਇਰੈਕਸ਼ਨ ਨਹੀਂ ਕਿਸੇ ਪਾਸੋਂ ਜਾਂਦੀ ਵੀ ਕੀ ਉਹਨੇ ਕਹਿਣਾ। ਤੁਸੀਂ ਵੀ, ਤੁਹਾਨੂੰ ਵੀ ਪਤਾ ਹੈ, ਤੁਸੀਂ ਵੀ ਰੋਜ਼ ਕਰਦੇ ਹੋ, ਡਿਬੇਟ ਕਰਦੇ ਹੋ, ਤੁਹਾਨੂੰ ਇਹ ਤਾਂ ਕੋਈ ਨਹੀਂ ਕਹਿ ਸਕਦਾ ਵੀ ਤੁਸੀਂ ਇਸ ਇਸ਼ੂ ਨੂੰ ਇਸ ਤਰ੍ਹਾਂ ਡੀਲ ਕਰਨਾ ਡਿਬੇਟ 'ਚ। ਉਹ ਕਿਤੇ ਕੋਈ ਰੇਅਰ ਚਾਂਸ ਹੋ ਸਕਦੇ ਨੇ, ਕੋਈ ਜੇ ਮੀਡੀਆ ਗਲਤ ਕੰਮ ਕਰਦਾ ਹੈ ਉਹਦੇ ਲਈ ਸਾਰੇ ਮੀਡੀਆ ਨੂੰ ਆਪਾਂ ਜ਼ਿੰਮੇਵਾਰ ਨਹੀਂ ਕਹਿ ਸਕਦੇ। ਅੱਛਾ, ਕੁਝ ਹਿੱਸਾ ਜ਼ਿੰਮੇਵਾਰ ਹੈ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਜ਼ਿੰਮੇਵਾਰ ਖੁਦ ਜ਼ਿੰਮੇਵਾਰ ਹੈ, ਮੀਡੀਆ ਹਾਊਸ ਜ਼ਿੰਮੇਵਾਰ ਹੈ ਜੇ ਕੋਈ ਗਲਤ ਕਰਦਾ। ਚਲੋ ਠੀਕ ਜਿਹੜਾ ਮੀਡੀਆ ਗਲਤ ਰਿਪੋਰਟਿੰਗ ਕਰਦਾ ਹੈ ਉਹ ਖੁਦ ਜ਼ਿੰਮੇਵਾਰ ਹੈ। ਠੀਕ ਹੈ ਸਰ, ਠੀਕ ਉਹਦੇ ਤੇ ਸਰਕਾਰ ਜਿਵੇਂ ਸਰਕਾਰ ਜੋ ਕਰਦੀ ਹੈ ਜਾਂ ਕੋਈ ਵੀ ਸੰਸਥਾ ਉਹਦੇ ਤੇ ਕੇਸ ਕਰ ਸਕਦੀ ਹੈ ਜੇ ਕੋਈ ਗਲਤ ਗੱਲ ਕਰਦਾ ਹੈ ਮੀਡੀਆ। ਚਲੋ ਠੀਕ ਹੈ, ਬਾਕੀ ठीक मैं सर आ रहे हाँ सर, आ रहे, एक मिनट रुक जाओ सर, चन्नी साहब एक मिनट रुक जाओ। हरसिमरत सिंह जी, सर मसला कन्फ्यूजन का, कन्फ्यूज कौन है सर? नैशनल मीडिया सारा कन्फ्यूज हो गया सर, अजे सारा ਨੂੰ ਇੱਕੋ ਕਟਾਰੇ 'ਚ ਖੜਾ ਕਰਤਾ। ਜੇ ਰੀਜਨਲ ਮੀਡੀਆ 'ਚੋਂ ਕਿਸੇ ਨੇ ਸਰ ਕੋਈ ਖਬਰ ਗਲਤ ਦਿਖਾਈ ਹੋਊਗੀ, ਅਸੀਂ ਉਸ ਤੇ ਵੀ ਸਟੈਂਡ ਲੈਣ ਨੂੰ ਤਿਆਰ ਨਹੀਂ ਹੈਗੇ ਵੀ ਭਾਈ ਉਹਦਾ ਜੇ ਪੇਜ ਬਲੌਕ ਕੀਤਾ ਗਿਆ ਸਾਨੂੰ ਇਹ ਦੱਸਣਾ, ਨਿਤਾਰਾ ਤਾਂ ਕਰਨਾ ਪਊਗਾ ਨਾ। ਅੱਜ ਤਾਂ ਸਾਰੇ ਹੀ ਕਹਿੰਦਾ ਸਰਕਾਰ ਨੇ ਕਰਵਾਤੇ ਸਰ, ਉਹਦੇ ਵਿੱਚ ਕੁਝ ਮੀਡੀਆ ਗਲਤ ਵੀ ਹੋਊਗਾ। ਮੈਂ ਮੀਡੀਆ ਦੇ ਵਿੱਚ ਕੰਮ ਕਰਦਾ ਹੋਇਆ ਖੁਦ ਇਹ ਸਵਾਲ ਖੜਾ ਕਰਦਾ ਪਿਆ ਹਰਸਿਮਰਤ ਜੀ, ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਗੱਲ ਕਰੇ, ਤੁਸੀਂ ਵੀ ਉਹਨਾਂ ਨੂੰ ਗੋਦੀ ਮੀਡੀਆ ਟਾਈਪ ਬਣਾਉਣਾ ਚਾਹੁੰਦੇ ਹੋ ਫਿਰ ਹਰਸਿਮਰਤ ਸਿੰਘ ਜੀ? ਤੇ ਕਨਫਿਊਜ਼ਨ ਤਾਂ ਦੇਖੋ ਸਾਰੇ ਪਾਸੇ ਹੈਗਾ ਹੀ ਹੈ ਜੀ, ਕੇਪੀਸੀ ਜੀ ਇਸ ਗੱਲ ਨੂੰ ਤਾਂ ਮੰਨੀਏ, ਪਰ ਜੋ ਇਸ਼ੂਜ਼ ਅੱਜ ਇਨਕਲੂਡਿੰਗ ਝੰਡਿਆਂ ਦੀ ਮੁੱਦਾ ਜਿਹੜਾ ਹੈਗਾ ਜਾਂ ਜੋ ਜਿਹੜੇ ਮੁੱਦੇ ਹੋਰ ਉਠਾਏ ਨੇ, ਉਹ ਸਿੰਘ ਸਾਹਿਬ ਦਾ ਜਿਹੜਾ ਲੈਕਚਰ ਹੈ ਜਾਂ ਵਿਖਿਆਨ ਸੰਦੇਸ਼ ਜੋ ਰੂਪੀ ਹੈ, ਉਹ ਕਨਫਿਊਜ਼ਨ ਨੂੰ ਦੂਰ ਕਰਦਾ ਹੈ, ਦੁਬਿਧਾ ਨੂੰ ਦੂਰ ਕਰਦਾ ਹੈ ਕਿ ਅਸੀਂ ਇੱਥੇ ਖੜੇ ਹਾਂ। ਅਗਰ ਤੁਸੀਂ ਦੇਖੋ ਉਸ ਨੂੰ ਤੁਸੀਂ ਸਿੱਖ ਸਾਈਕੀ ਦੀ ਗੱਲ ਕਰਦੇ ਹੋ ਨਾ ਕੇਪੀ ਸਿੰਘ ਜੀ, ਤਾਂ ਉਹਦਾ ਮਤਲਬ ਇਹ ਹੈ ਕਿ 75 ਸਾਲ ਹੋ ਗਏ ਨੇ ਦੇਸ਼ ਆਜ਼ਾਦ ਹੋਇਆ, 75 ਕਮਿਟਮੈਂਟਸ ਹੋਈਆਂ ਨੇ ਸਾਡੇ ਨਾਲ, ਉਹ ਵੱਧ ਘੱਟ ਹੋ ਸਕਦੀ ਹੈ, ਐਗਜ਼ੈਗਰੇਸ਼ਨ ਵੀ ਹੋ ਸਕਦੀ ਹੈ। ਜਦੋਂ ਕਹਿੰਦੇ ਨੇ ਵੀ ਉਹ ਇੱਕ ਵੀ ਪੂਰੀ ਨਹੀਂ ਕੀਤੀ ਗਈ, ਦੈਟ ਮੀਨਸ ਸਿੱਖ ਸਾਈਕੀ ਤਾਂ ਹਰਟ ਹੋਏਗੀ ਨਾ। ਸੰਘਰਸ਼ ਲੜਿਆ ਗਿਆ, ਇੰਨੀਆਂ ਜਾਨਾਂ ਗਈਆਂ ਨੇ, ਅਸੀਂ ਮਤਲਬ ਡਾਇਲੋਗ ਟੁੱਟਿਆ ਹੋਇਆ ਹੈ। ਜਿਹੜਾ ਉਹ ਸਿੰਘ ਸਾਹਿਬ ਕਹਿੰਦੇ ਨੇ ਨਾ ਕਿ ਸਵਾਲ ਸ਼ੁਰੂ ਕਰੋ, ਅਸੀਂ ਤਿਆਰ ਹਾਂ,
ਸਾਨੂੰ ਥੋੜੀ ਕੰਸਟਰਕਟਿਵ ਗੱਲ ਕਰਨੀ ਚਾਹੀਦੀ ਹੈ। ਉਹ ਜਦੋਂ ਸੰਵਾਦ ਸ਼ੁਰੂ ਕਰਨ ਬਾਰੇ ਗੱਲ ਕਰਦੇ ਨੇ, ਇਹ ਇੱਕ ਬੜਾ ਵੱਡਾ ਪੁਆਇੰਟ ਹੈ। ਸੰਵਾਦ ਕਿਵੇਂ ਹੋਊਗਾ ਸਰ? ਹਰਸਿਮਰਤ ਸਿੰਘ ਜੀ ਸਰ, ਸੰਵਾਦ ਕਿਵੇਂ ਹੋਊਗਾ ਸਰ? ਕੌਣ ਜਥੇਦਾਰ ਸਾਹਿਬ ਸਰਕਾਰ, ਇੱਕ ਮਿੰਟ ਸਰ ਸੁਣ ਲਓ ਨਾ, ਹਰਸਿਮਰਤ ਸਰ ਸਵਾਲ ਸੁਣ ਲਓ ਕਿ ਜਥੇਦਾਰ ਸਾਹਿਬ ਸਰਕਾਰ ਕੋਲੇ ਚੱਲ ਕੇ ਜਾਣਗੇ ਜਾਂ ਸਰਕਾਰ ਜਥੇਦਾਰ ਦੇ ਦੁਆਰ ਆਵੇ? ਸਰ ਕੀ ਚਾਹੁੰਦੇ ਕਿਉਂ? ਨਹੀਂ, ਇਹ ਦੇਖੋ ਉਹਨਾਂ ਨੇ ਇੱਕ ਗੱਲ ਸ਼ੁਰੂਆਤ ਕੀਤੀ ਹੈ। ਇਹ ਇੱਕ ਵੱਡੀਆਂ ਇਹਦੀਆਂ ਬੜੀਆਂ ਡਾਇਮੈਂਸ਼ਨਸ ਨੇ, ਮਲਟੀ ਡਾਇਮੈਂਸ਼ਨਲ ਇਸ਼ੂ ਹੈ। ਇਹ ਆਇਆ ਜਿਹੜਾ 1985 ਤੋਂ ਸੰਵਾਦ ਟੁੱਟਿਆ ਹੋਇਆ ਸੀ ਕੌਮ ਦੇ ਨਾਲ, ਇਸ ਤਰ੍ਹਾਂ ਦਾ ਵੀ ਹੋਇਆ ਸੀ। ਉਹ ਸੰਵਾਦ ਐਨੇ 39 ਸਾਲ ਦੇ ਵਿੱਚ ਕਿਉਂ ਨਹੀਂ ਜੁੜਿਆ? ਕਿਉਂ ਉਸ ਤੋਂ ਬਾਅਦ ਇੰਨੀਆਂ ਕੁਰਬਾਨੀਆਂ ਕਰਨ ਦੇ ਬਾਵਜੂਦ? ਕੋਈ ਸਿੱਖ ਸਾਈਕੀ ਤਾਂ ਹਰਟ ਹੈ ਨਾ, ਉਹ ਹਰਟ ਸਾਈਕੀ ਦੇ ਵਿੱਚ ਸਾਰੇ ਬੰਦੇ ਆਉਂਦੇ ਨੇ। ਸਰ ਕੋਈ ਪੁੱਲ ਦਾ ਕੰਮ ਕਰ ਲੈ ਨਾ, ਕੋਈ ਪੁੱਲ ਦਾ ਕੰਮ ਕਰ ਲੈ। ਜੇ ਸੰਵਾਦ ਰਚਾਉਣਾ ਸਰ, ਕੋਈ ਪੁੱਲ ਦਾ ਕੰਮ ਕਰ ਲੈ, ਦੱਸੋ ਨਾ ਕੌਣ ਪੁੱਲ ਦਾ ਕੰਮ ਕਰੂਗਾ? ਮੈਂ ਦੱਸਦਾ ਨਾ ਜੀ, ਮੇਰੀ ਤੁਹਾਡੀ ਗੱਲ ਠੀਕ ਹੈ, ਯੂ ਆਰ ਰਾਈਟ। ਲੇਕਿਨ ਸਵਾਲ ਵੀ ਜਦੋਂ ਉਹਨਾਂ ਨੇ ਆਵਾਜ਼ ਉਠਾਈ ਹੈ ਤਾਂ ਚੰਨੀ ਸਾਹਿਬ ਉਸ ਨੂੰ ਦੇਖਦੇ ਨੇ। ਇਹ ਹੈਰੀਪੋਰਟ ਸ਼ੁਰੂ ਕਰ ਦਿੱਤਾ, ਕਰਤਾਰਪੁਰ ਲਾਂਘਾ ਸ਼ੁਰੂ ਕਰਤਾ। ਹਰ ਬੀਜੇਪੀ ਦਾ ਸਪੋਕਸਮੈਨ ਇਹੀ ਗੱਲ ਕਰਦਾ ਕਿ ਅਸੀਂ ਸਿੱਖ ਇਸੇ ਵਾਸਤੇ ਹੈਗੇ ਆ ਜੀ, ਕਿ 75 ਸਾਲ ਦੀ ਕਮਿਟਮੈਂਟਸ ਇਹ ਨੇ। ਅੱਜ ਜਦੋਂ ਜਥੇਦਾਰ ਸਾਹਿਬ ਨੇ ਇੱਕ ਕੌਮ ਦੀ ਆਵਾਜ਼ ਬਣ ਕੇ ਇਹ ਗੱਲ ਉਠਾਈ ਹੈ ਤਾਂ ਸਾਨੂੰ ਕੇਂਦਰ ਸਰਕਾਰ ਨੂੰ, ਡੀਪ ਸਟੇਟ ਨੂੰ ਇਸ ਬਾਰੇ ਗੌਰ ਕਰਨਾ ਚਾਹੀਦਾ ਹੈ ਕਿ ਅਸੀਂ ਸੰਵਾਦ ਰਚਾ ਕੇ ਜਾਈਏ, ਅਦਰਵਾਈਜ਼ ਮੁਸ਼ਕਲ ਹੋ ਜਾਏਗੀ ਸਾਰੀ। ਚਲੋ ਠੀਕ ਹੈ ਚੰਨੀ ਸਾਹਿਬ, ਠੀਕ ਹਰਸਿਮਰਤ ਜੀ। ਚੰਨੀ ਸਾਹਿਬ ਬਹੁਤ ਸਧਾਰਨ ਸਵਾਲ ਹੈ। ਠੀਕ ਚੰਨੀ ਸਾਹਿਬ ਬਹੁਤ ਸਧਾਰਨ, ਇੱਕ ਮਿੰਟ, ਠੀਕ ਹੈ ਚੰਨੀ ਸਾਹਿਬ ਬਹੁਤ ਸਧਾਰਨ ਸਵਾਲ ਹੈ ਕਿ ਜਥੇਦਾਰ ਸਾਹਿਬ ਦਾ ਇਹ ਸੰਬੋਧਨ ਹੈ, ਕੇਂਦਰ ਸਰਕਾਰ ਸੁਣੇਗੀ ਸਰ? ਚੰਨੀ ਸਾਹਿਬ ਦੇਖੋ ਜੀ, ਗੱਲ ਇਹ ਹੈ, ਇੱਕ ਤਾਂ ਬੜੇ ਸਤਿਕਾਰਯੋਗ ਨੇ, ਬੜੇ ਸਿਆਣੇ ਨੇ ਹਰਸਿਮਰਤ ਸਿੰਘ ਜੀ। ਗੱਲ ਵੀ ਇਹਨਾਂ ਨੇ ਕਾਰੀਡੋਰ ਬਾਰੇ ਇੰਨਾ ਕੁ ਛੋਟਾ ਕਰਤਾ। ਕਾਰੀਡੋਰ ਜਿਹਦੇ ਬਾਰੇ ਅਸੀਂ ਰੋਜ਼ ਗੁਰਧਾਮਾਂ ਦੀ ਸੇਵਾ ਸੰਭਾਲ ਵਾਸਤੇ ਅਰਦਾਸ ਕਰਦੇ ਹਾਂ, ਜੇ ਉਹਦੇ ਵਿੱਚੋਂ ਇੱਕ ਹਿੱਸਾ ਪੂਰਾ ਹੋਇਆ ਹੈ ਤਾਂ ਉਹਨੂੰ ਐਪਰੀਸ਼ੀਏਟ ਕਰਨ ਦੀ ਜਗ੍ਹਾ ਉਹਨੂੰ ਨਿਗਲਾ ਕਰ ਰਹੇ ਨੇ। ਇਹ ਚੰਗੀ ਗੱਲ ਨਹੀਂ ਹੈਗੀ। ਮੈਂ ਕਹਿੰਦਾ ਸਾਈਡ ਇਸ਼ੂ ਠੀਕ ਹੈ ਹਰਸਿਮਰਤ, ਤੁਹਾਡਾ ਆਰਗੂਮੈਂਟ ਆ ਗਿਆ ਸਰ, ਉਹਨਾਂ ਨੂੰ ਸੁਣ ਦਿਓ, ਮੈਨੂੰ ਹੁਣ ਬੋਲਣ ਦਿਓ। ਹਾਂ ਮਿਸਟਰ ਚੰਨੀ ਬੋਲੋ। ਅਰਦਾਸ ਤੋਂ ਉੱਪਰ ਤਾਂ ਕੁਝ ਹੈ ਹੀ ਨਹੀਂ। ਸਿੱਖ ਪੰਥ ਵਿੱਚ ਅਰਦਾਸ ਤੋਂ ਉੱਪਰ ਕੁਝ ਨਹੀਂ ਹੈ। ਅਰਦਾਸ ਤੋਂ ਚਲੋ ਚੰਨੀ ਸਾਹਿਬ ਤੁਸੀਂ ਉਹਦਾ ਜਵਾਬ ਦਿੱਤਾ, ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਤੁਸੀਂ ਜਵਾਬ ਦਿੱਤਾ ਸਰ। ਮੇਰਾ ਸਵਾਲ ਹੈ ਸਰ, ਕੇਂਦਰ ਸਰਕਾਰ ਜਥੇਦਾਰ ਸਾਹਿਬ ਦਾ ਇਸ ਸਪੀਚ, ਇਹ ਸੰਬੋਧਨ ਸੁਣੂਗੀ ਸਰ ਜਾਂ ਨਹੀਂ? ਸਰਕਾਰ ਸੁਣ ਰਹੀ ਹੈ, ਪਹਿਲਾਂ ਵੀ ਸੁਣ ਰਹੀ ਹੈ। ਅਫਸੋਸ ਇਸ ਗੱਲ ਦਾ ਹੈ ਅੱਜ ਜੋ ਗੱਲਾਂ ਕਹੀਆਂ ਜਾ ਰਹੀਆਂ ਹੈ, ਜਦੋਂ ਪੰਥਕ ਅਕਾਲੀ ਦਲ ਦੀ ਸਰਕਾਰ ਸੀ, ਪ੍ਰਧਾਨ ਮੰਤਰੀ ਉਹ ਵੀ ਸੀ, ਉਹੀ ਪ੍ਰਧਾਨ ਮੰਤਰੀ ਅੱਜ ਨੇ, ਉਹੀ ਪ੍ਰਧਾਨ ਮੰਤਰੀ ਉਦੋਂ ਸੀਗੇ, ਉਹੀ ਕੇਂਦਰੀ ਸਰਕਾਰ ਸੀ, ਉਹੀ ਪੰਜਾਬ ਸਰਕਾਰ ਸੀ, 9 ਮਾਸ ਦਾ ਰਿਸ਼ਤਾ ਸੀ, ਤੇ ਉਸ ਲਈ ਇਹ ਗੱਲਾਂ ਕਿਉਂ ਨਹੀਂ ਉਠਾਈਆਂ ਗਈਆਂ? ਚਲੋ ਚੰਨੀ ਸਾਹਿਬ ਇੱਕ ਬੜਾ ਸਿੱਧਾ ਸਵਾਲ ਕਰ ਰਹੇ ਚੰਨੀ ਸਾਹਿਬ, ਤੁਹਾਨੂੰ ਲੱਗਦਾ ਹੈ ਕਿ ਜਥੇਦਾਰ ਸਾਹਿਬ ਪੋਲੀਟੀਕਲ ਸਟੇਟਮੈਂਟ ਦੇ ਰਹੇ ਹੈ? ਨਹੀਂ, ਮੈਂ ਜਥੇਦਾਰ ਬਾਰੇ ਕੋਈ ਕਮੈਂਟਮੈਂਟ ਨਹੀਂ ਕਰੂੰਗਾ। ਫਿਰ ਤੁਸੀਂ ਨਾਲ ਸਵਾਲ ਵੀ ਚੁੱਕਦੇ ਪਏ ਚੰਨੀ ਸਾਹਿਬ, ਸਪਸ਼ਟ ਕਿਉਂ ਨਹੀਂ ਕਹਿ ਰਹੇ ਸਰ? ਸਪਸ਼ਟ ਕਹਿ ਦਿਓ ਨਾ ਸਰ। ਨਹੀਂ ਕਰ ਸਕਦਾ, ਚਲੋ ਮੈਂ ਉਹਨਾਂ ਬਾਰੇ ਕੋਈ ਕਰ ਸਕਦਾ। ਚਲੋ ਠੀਕ ਜਿਹੜੀ ਗੱਲ ਉਹ ਗੱਲ ਤੇ ਮੈਂ ਖੜਾ। ਚਲੋ ਵੀ ਕੇਂਦਰ ਦੀ ਸਰਕਾਰ ਸੀ, ਪੰਜਾਬ ਦੀ ਸਰਕਾਰ ਸੀ, ਭਾਈਵਾਲੀ ਸੀ, ਤੇ ਇਹਨਾਂ ਨੇ ਉਸਲੇ ਕੋਈ ਇਸ਼ੂ ਨਹੀਂ ਉਠਾਇਆ। ਚਲੋ ਮੈਂ ਇੱਕ ਬ੍ਰੇਕ ਲੈਣਾ ਸਰ। ਚੰਨੀ ਸਾਹਿਬ ਤੁਸੀਂ ਬਹੁਤ ਵੱਡੇ ਸੰਕੇਤ ਦਿੱਤੇ, ਮੈਂ ਇੱਕ ਬ੍ਰੇਕ ਲੈਣਾ। ਬ੍ਰੇਕ ਤੋਂ ਬਾਅਦ ਆਖਰੀ ਹਿੱਸੇ ਵਿੱਚ ਹੋਵਾਂਗੇ ਅਸੀਂ ਇੱਕ ਸਵਾਲ ਤਿੰਨਾਂ ਮਹਿਮਾਨਾਂ ਨੂੰ ਜ਼ਰੂਰ ਕਰਾਂਗੇ। ਵਾਪਸ ਆ ਰਹੇ ਹਾਂ। ਜੇ ਪੰਜਾਬ ਦੇ ਵਿੱਚ ਸਾਡੀ ਆਵਾਜ਼ ਦੱਬੋਗੇ, ਅਸੀਂ USA ਤੋਂ ਬੋਲਾਂਗੇ, ਅਸੀਂ ਇੰਗਲੈਂਡ ਤੋਂ ਬੋਲਾਂਗੇ, ਅਸੀਂ ਆਸਟ੍ਰੇਲੀਆ ਤੋਂ ਬੋਲਾਂਗੇ, ਅਸੀਂ ਬੋਲਦੇ ਰਹਾਂਗੇ। ਸਾਡੀ ਆਵਾਜ਼ ਨੂੰ ਤੁਸੀਂ ਦਬਾ ਨਹੀਂ ਸਕਦੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਸਵਾਲ ਪੰਜਾਬ ਸਰਕਾਰ ਤੇ ਚੁੱਕੇ ਗਏ ਆ, ਸਵਾਲ ਕੇਂਦਰ ਸਰਕਾਰ ਤੇ ਚੁੱਕੇ ਗਏ ਆ। ਜਥੇਦਾਰ ਸਾਹਿਬ ਨੇ ਸਵਾਲ ਚੁੱਕਿਆ ਤੇ ਅਸੀਂ ਉਹਦੇ ਤੇ ਚਰਚਾ ਕਰ ਰਹੇ ਹਾਂ। ਤਿੰਨ ਮਹਿਮਾਨ ਸਾਡੇ ਨਾਲ ਮੌਜੂਦ ਹੈ। ਆਮ ਆਦਮੀ ਪਾਰਟੀ ਨੂੰ ਸੱਦਿਆ ਸੀ, ਉਹਨਾਂ ਦਾ ਨੁਮਾਇੰਦਾ ਨਹੀਂ ਆਇਆ। ਜੇ ਆ ਜਾਂਦਾ ਤਾਂ ਸਵਾਗਤ ਵੀ ਕਰਦੇ, ਸਵਾਲ ਵੀ ਕਰਦੇ। ਪੀਰਮਲ ਸਾਹਿਬ, ਚੰਨੀ ਸਾਹਿਬ ਨੇ ਆਪਣੀ ਜਿਹੜੀ ਸਟੇਟਮੈਂਟ ਦਿੱਤੀ ਹੈ, ਜਿੰਨੀ ਕਿ ਸਰ ਮੈਨੂੰ ਸਮਝ ਹੈ, ਮੈਨੂੰ ਇਹ ਸਮਝ ਆ ਰਿਹਾ ਹੈ ਕਿ ਜੋ ਮੁੱਦੇ ਹੁਣ ਉਭਾਰੇ ਜਾ ਰਹੇ ਹੈ, ਇਹ ਉਦੋਂ ਤੱਕ ਨਹੀਂ ਉਭਾਰੇ ਜਾ ਰਹੇ ਸੀ ਜਦੋਂ ਤੁਹਾਡਾ ਬੀਜੇਪੀ ਨਾਲ ਗੱਠਜੋੜ ਸੀਗਾ, ਸਾਂਝ ਸੀਗੀ। ਹੁਣ ਇਹ ਮੁੱਦੇ ਕਿਉਂ ਉਭਾਰੇ ਜਾ ਰਹੇ ਆ? ਚੰਨੀ ਸਾਹਿਬ ਸਿੱਧੇ ਤੌਰ ਤੇ ਨਹੀਂ ਕਹਿ ਰਹੇ ਕਿ ਜਥੇਦਾਰ ਸਾਹਿਬ ਪੋਲੀਟੀਕਲ ਸਟੇਟਮੈਂਟ ਦੇ ਰਹੇ ਆ, ਪਰ ਮੈਨੂੰ ਇਹ ਸਮਝ ਆ ਰਿਹਾ ਕਿ ਇਹ ਸਾਰੀ ਪੋਲੀਟੀਕਲ ਸਟੇਟਮੈਂਟ ਹੈ। ਇਸ ਕਰਕੇ ਚੰਨੀ ਸਾਹਿਬ ਕਹਿੰਦੇ ਆ ਕਿ ਮੈਂ ਸਿੱਧਾ ਨਹੀਂ ਕਹਿ ਸਕਦਾਗਾ। ਬੋਲੋ ਪੀਰਮਲ ਸਾਹਿਬ। ਦੇਖੋ, ਵਿਸ਼ਵਾਸ ਕਰਨਾ ਕੋਈ ਗੁਨਾਹ ਨਹੀਂ ਹੁੰਦਾ। ਸਿੱਖ ਲੀਡਰਸ਼ਿਪ ਨੇ ਪਹਿਲਾਂ 1947 ਵੇਲੇ ਵਿਸ਼ਵਾਸ ਕੀਤਾ ਨਹਿਰੂ ਗਾਂਧੀ ਜੋੜੀ ਦੇ ਉੱਪਰ, ਤੇ ਫਿਰ ਉਹਨਾਂ ਦੇ ਤੀਸਰੇ ਸਾਥੀ ਪਟੇਲ ਨੇ ਸਿੱਖਾਂ ਨੂੰ ਜਰੈਮ ਪੇਸ਼ਾ ਕੌਮ ਕਹਿ ਦਿੱਤਾ। ਇਸੇ ਤਰੀਕੇ ਦੇ ਨਾਲ ਜਿਹੜੇ ਆਪਣੇ ਵਾਜਪਾਈ ਸਾਹਿਬ ਸਨ, ਅਡਵਾਨੀ ਸਾਹਿਬ ਸਨ, ਉਹਨਾਂ ਦੀ ਇੱਕ ਜੋੜੀ ਸੀ ਜਿਨ੍ਹਾਂ ਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਾਂਝ ਸੀ। ਚਲੋ ਇੱਕ ਗੱਠਜੋੜ ਬਣਿਆ, ਉਹ ਗੱਠਜੋੜ ਚੱਲਦਾ ਰਿਹਾ।
ਲੇਕਿਨ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਮਸਲੇ ਸਨ ਉਹਨਾਂ ਮਸਲਿਆਂ ਵੱਲ ਜਦੋਂ ਧਿਆਨ ਨਹੀਂ ਦਿੱਤਾ ਗਿਆ ਤੇ ਸਭ ਤੋਂ ਕਰੰਟ ਇਸ਼ੂ ਆ ਗਿਆ ਕਿਸਾਨ ਅੰਦੋਲਨ। ਤੇ ਕਿਸਾਨ ਅੰਦੋਲਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡਾ ਚਰਿੱਤਰਘਾਤ ਕੀਤਾ ਗਿਆ ਇਹਨਾਂ ਦੇ ਕਾਰਨ ਕਰਕੇ ਕਿ ਦੇਖੋ ਇਹ ਤੁਹਾਡਾ ਗੱਠਜੋੜ ਏ ਤੇ ਉਹ 3 ਕਾਲੇ ਕਾਨੂੰਨ ਲਾਗੂ ਕਰ ਰਹੇ ਨੇ ਤੇ ਤੁਸੀਂ ਕੀ ਬੈਠੇ ਕਰ ਰਹੇ ਹੋ। ਤਾਂ ਫਿਰ ਜਦੋਂ ਵਜ਼ਾਰਤ ਦੇ ਵਿੱਚੋਂ ਬਾਹਰ ਆਏ ਤਾਂ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਹੁਣ ਆਪਣਾ ਇੱਕ ਢੰਗ ਤਰੀਕਾ ਅਪਣਾਇਆ, ਹੁਣ ਸਾਰਾ ਨਜ਼ਰਾ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸੁੱਟ ਕੇ ਬਰੀ ਨਹੀਂ ਹੋ ਸਕਦੇ। ਗੱਲ ਕੀ ਹੈ ਕਿ ਕੱਲਾ ਇਸ ਨੂੰ ਇੱਕ ਵੱਖਰੇ ਰੂਪ ਦੇ ਵਿੱਚ ਦੇਖਣ ਦੀ ਲੋੜ ਹੈ ਕਿ ਸਿੰਘ ਸਾਹਿਬ ਜੀ ਨੇ ਜਿਹੜੀ ਇੱਕ ਪੱਤਰਕਾਰਾਂ ਦੀ ਇਕੱਤਰਤਾ ਸੱਦੀ, ਉਹਦੇ ਵਿੱਚ ਜਿਹੜੇ ਤਕਰੀਬਨ 40 ਸਾਲ ਤੋਂ ਪੱਤਰਕਾਰੀ ਕਰਦੇ ਆ ਰਹੇ, ਜਿਨ੍ਹਾਂ ਨੇ ਐਮਰਜੈਂਸੀ ਦਾ ਦੌਰ ਦੇਖਿਆ, ਜਿਨ੍ਹਾਂ ਨੇ ਬੜੇ ਦੌਰ ਦੇਖੇ ਪੰਜਾਬ ਦੇ ਵਿੱਚ, ਦੇਸ਼ ਦੇ ਵਿੱਚ, ਕਿ ਕਿਸ ਤਰੀਕੇ ਨਾਲ ਜਿਹੜਾ ਪ੍ਰੈਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕਰਦੀਆਂ ਰਹੀਆਂ ਸਰਕਾਰਾਂ, ਚਾਹੇ ਇੰਦਰਾ ਗਾਂਧੀ ਦੀ ਸਰਕਾਰ ਸੀ, ਚਾਹੇ ਮੌਜੂਦਾ ਸਮੇਂ ਦੇ ਵਿੱਚ ਕਿਸਾਨ ਅੰਦੋਲਨ ਦੇ ਦਰਮਿਆਨ ਜਿਹੜੀ ਨਰਿੰਦਰ ਮੋਦੀ ਦੀ ਸਰਕਾਰ ਹੋਵੇ, ਉਹਨਾਂ ਨੇ ਜਿਹੜਾ ਇੱਕ ਵੱਖਰੇ ਢੰਗ ਦੇ ਨਾਲ ਪੱਤਰਕਾਰਤਾ ਨੂੰ ਇੱਕ ਆਪਣੇ ਢੰਗ ਦੇ ਨਾਲ ਨੱਪਣ ਦੀ ਕੋਸ਼ਿਸ਼ ਕੀਤੀ। ਤਾਂ ਉਸ ਦੇ ਵਿੱਚ ਸਿੰਘ ਸਾਹਿਬ ਜੀ ਨੇ ਉਹਨਾਂ ਸਾਰੇ ਪੱਤਰਕਾਰਾਂ ਨੂੰ ਮੌਕਾ ਦਿੱਤਾ ਕਿ ਤੁਸੀਂ ਦੱਸੋ ਕਿ ਹੋ ਕੀ ਸਕਦਾ। ਤਾਂ ਉੱਥੇ ਜਿਵੇਂ ਮਾਨਕ ਸਾਹਿਬ ਸਨ ਜਾਂ ਸਰਦਾਰ ਹਮੀਰ ਸਿੰਘ ਨੇ ਆਪਣੇ ਵਿਚਾਰ ਰੱਖੇ, ਸਰਦਾਰ ਜਸਪਾਲ ਸਿੰਘ ਨੇ ਤੇ ਕਈ ਹੋਰਾਂ ਨੇ, ਉਹਨਾਂ ਨੇ ਉਹਦੇ ਵਿੱਚ ਹਿੰਦੂ ਪੱਤਰਕਾਰ ਵੀ ਸਨ। ਇੱਕ ਹੋਰ ਮੈਂ ਗੱਲ ਕਹਿ ਦਿਆਂ, ਇੱਥੇ ਇੱਕ ਇਹ ਵੀ ਗੱਲ ਕਹੀ ਜਾਂਦੀ ਹੈ ਜੀ ਕਿ ਇਹ ਤਾਂ ਸਿੱਖ ਪੱਤਰਕਾਰਾਂ ਨੂੰ ਸੱਦਿਆ ਗਿਆ, ਨਹੀਂ, ਇਹਦੇ ਵਿੱਚ ਦੀਪਕ ਚਰਨਾਰਥਲ ਵਰਗੇ ਪੱਤਰਕਾਰ ਸਨ ਜਿਨ੍ਹਾਂ ਨੇ ਬੜੀ ਬਾਕੀ ਦੇ ਨਾਲ ਸੰਦੀਪ ਹੋਰਾਂ ਨੇ ਆਪਣੀ ਗੱਲ ਰੱਖੀ ਔਰ ਕਈ ਹੋਰਾਂ ਨੇ ਗੱਲ ਰੱਖੀ। ਚਲੋ ਇਹ ਤੁਸੀਂ ਪੁਆਇੰਟ ਕਲੀਅਰ ਕੀਤਾ ਪੀਰ ਸਾਹਿਬ, ਇਹ ਪੁਆਇੰਟ ਤੁਸੀਂ ਕਲੀਅਰ ਕੀਤਾ, ਥੈਂਕ ਯੂ। ਮੈਂ ਗੱਲ ਸੁਣੋ, ਜਿਵੇਂ ਹਰਿਆਣੇ ਤੋਂ ਜਿਹੜਾ ਮਨਦੀਪ ਸੀ ਪੂਨੀਆ, ਉਹਨਾਂ ਨੇ ਗੱਲ ਰੱਖੀ, ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਦੇਖੋ ਜੋ ਸਾਨੂੰ ਅੱਖਾਂ ਸਾਡੀਆਂ ਦੇਖ ਰਹੀਆਂ ਨੇ, ਜਿਹੜੇ ਕੰਨ ਸਾਡੇ ਸੁਣ ਰਹੇ ਨੇ, ਇਹ ਉਸ ਦੇ ਉਲਟ ਕਿਉਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਕਿਉਂ ਇਹੋ ਜਿਹਾ ਨੈਰੇਟਿਵ ਬਣਾਇਆ ਜਾ ਰਿਹਾ ਹੈ ਕਿ ਜਿਹੜਾ ਇੱਕ ਕਮਿਊਨਿਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੱਲ ਹੋ ਗਈ ਅਮਰਤਪਾਲ ਸਿੰਘ ਨੂੰ ਜੇ ਗ੍ਰਿਫਤਾਰ ਕਰਨਾ ਸੀ ਤਾਂ ਉਸ ਨੂੰ ਉਸਦੇ ਘਰ ਤੋਂ ਗ੍ਰਿਫਤਾਰ ਕੀਤਾ ਜਾਂਦਾ, ਪਰ ਇਹ ਕਿਹੜਾ ਤਰੀਕਾ ਹੈ ਕਿ ਤੁਸੀਂ ਇੱਥੇ ਆਨਾਲਾਨੀ ਐਮਰਜੈਂਸੀ ਡਿਕਲੇਅਰ ਕਰਕੇ ਤੇ ਤੁਸੀਂ ਇੱਥੇ ਸਾਰਾ ਕੁਝ ਜਾਮ ਕਰਕੇ, ਨੈਟਵਰਕ ਜਾਮ ਕਰਕੇ ਤੇ ਤੁਸੀਂ ਇੱਕ ਡਰਾਮਾ ਰਚਣ ਦੀ ਕੋਸ਼ਿਸ਼ ਕਰ ਰਹੇ ਹੋ। ਠੀਕ ਹੈ। ਉਸ ਦੇ ਵਿੱਚ ਜਥੇਦਾਰ ਸਾਹਿਬ ਨੇ ਫਿਰ ਇੱਕ ਹੋਰ ਬੜੀ ਗੱਲ ਕਹੀ, ਜਿਹੜੀ ਉਹਨਾਂ ਨੇ ਕਿਹਾ ਕਿ ਅਮਰਤਪਾਲ ਸਿੰਘ ਆਓ, ਸਾਹਮਣੇ ਆਓ ਤੇ ਤੁਸੀਂ ਆਪਣਾ ਗ੍ਰਿਫਤਾਰੀ ਦੇ ਦਿਓ, ਤੁਹਾਨੂੰ ਕੀ ਲੱਗ ਰਿਹਾ ਕਿ ਤੁਸੀਂ ਕਿਉਂ ਇੰਜ ਵਾਰ-ਵਾਰ ਅਸੀਂ ਤੁਹਾਨੂੰ ਕਹਿ ਰਹੇ ਹਾਂ। ਸੋ ਮੈਂ ਇਹ ਗੱਲ ਕਹਿਣੀ ਚਾਹਣਾ ਕਿ ਕੇਂਦਰ ਸਰਕਾਰ ਨੂੰ ਜਿਹੜਾ ਉਹਨਾਂ ਨੇ ਸਿੰਘ ਸਾਹਿਬ ਜੀ ਨੇ ਕਿਹਾ ਕਿ ਡਾਇਲੌਗ ਕਰੋ, ਟੇਬਲ ਟਾਕ ਕਰੋ, ਉਹ ਤੁਹਾਨੂੰ ਕਰਨੀ ਚਾਹੀਦੀ ਹੈ। ਬਹੁਤ ਸਾਰੇ ਮਸਲੇ ਜਿਹੜੇ ਟੇਬਲ ਟਾਕ ਤੇ ਬੈਠ ਕੇ ਹੱਲ ਹੋ ਸਕਦੇ। ਠੀਕ ਹੈ। ਚੰਨੀ ਸਾਹਿਬ, ਲਾਸਟ ਸਟੇਟਮੈਂਟ ਤੁਹਾਡੀ ਚਾਹੀਦੀ। ਚੰਨੀ ਸਾਹਿਬ, ਟੇਬਲ ਟਾਕ ਕੀਤੀ ਜਾ ਸਕਦੀ ਹੈ, ਜਥੇਦਾਰ ਸਾਹਿਬ ਨਾਲ ਕਰੋਗੇ ਜਾਂ ਕੋਈ ਹੋਰ ਧਿਰ ਤੁਹਾਨੂੰ ਚਾਹੀਦੀ ਹੈ? ਚੰਨੀ ਸਾਹਿਬ, ਟੇਬਲ ਟਾਕ ਸਭ ਤੋਂ ਵਧੀਆ ਤਰੀਕਾ ਹੈ ਕਿਸੇ ਵੀ ਮਸਲੇ ਦਾ ਹੱਲ ਹੋਣ ਲਈ। ਸਾਰੀ ਦੁਨੀਆ 'ਚ ਜਿੰਨੇ ਵੀ ਵੱਡੇ ਤੋਂ ਵੱਡੇ ਮਸਲੇ ਨੇ ਉਹ ਸਭ ਟੇਬਲ ਟਾਕ ਤੇ ਜਾ ਕੇ ਹੱਲ ਹੋਏ ਨੇ। ਵੱਡੀਆਂ ਵੱਡੀਆਂ ਲੜਾਈਆਂ ਵੀ ਜਦੋਂ ਉਹਨਾਂ ਦਾ ਫੈਸਲਾ ਹੁੰਦਾ ਤਾਂ ਟੇਬਲ ਤੇ ਜਾ ਕੇ ਹੁੰਦਾ, ਲੜਾਈ ਦੇ ਮੈਦਾਨ 'ਚ ਕਦੀ ਕੋਈ ਫੈਸਲਾ ਨਹੀਂ ਹੋਇਆ। ਤੇ ਸਰਕਾਰ ਵੱਲੋਂ ਕੋਈ ਜਿਹੀ ਜੀ ਬੰਦਸ਼ ਨਹੀਂ ਕਿ ਟੇਬਲ ਟਾਕ ਨਹੀਂ ਹੋਊਗੀ। ਜੇ ਕੌਮ ਪਹਿਲ ਕਰੂਗੀ ਤਾਂ ਮੈਂ ਸਮਝਦਾ ਕਿ ਕੇਂਦਰ ਸਰਕਾਰ ਉਸ ਤੋਂ ਪਿੱਛੇ ਨਹੀਂ ਭੱਜੂਗੀ। ਤੁਸੀਂ ਉਹ ਟੇਬਲ ਟਾਕ ਕਰਨ ਨੂੰ ਸਰਕਾਰ ਹਮੇਸ਼ਾ ਤਿਆਰ। ਤੁਸੀਂ ਪੰਜਾਬ ਬੀਜੇਪੀ ਵੱਲੋਂ ਇਹ ਮੰਗ ਕਰ ਰਹੇ ਹੋ ਕਿ ਟੇਬਲ ਟਾਕ ਕਰੇ ਕੇਂਦਰ ਸਰਕਾਰ? ਜੇ ਇਹ ਤਿਆਰ ਨੇ ਤਾਂ ਬੀਜੇਪੀ ਤਿਆਰ ਨੇ ਜੀ। ਜਦੋਂ ਜਥੇਦਾਰ ਸਾਹਿਬ ਨੇ ਕਹਿ ਦਿੱਤਾ, ਇਸ ਤੋਂ ਉੱਪਰ ਕਿਹੜੀ ਅਥਾਰਟੀ ਕਵੇ ਤੁਹਾਨੂੰ ਜੀ ਦੱਸੋ। ਅਸੀਂ ਸਪੋਰਟ ਕਰਾਂਗੇ ਇਸ ਗੱਲ ਦੀ, ਟੇਬਲ ਟਾਕ ਹੋਣੀ ਚਾਹੀਦੀ ਹੈ। ਚਲੋ ਠੀਕ ਹੈ। ਹਰਸਿਮਰਤ ਸਿੰਘ ਜੀ, ਆਖਰੀ ਸਵਾਲ ਤੁਹਾਨੂੰ ਕਰ ਰਿਹਾ। ਹਰਸਿਮਰਤ ਸਿੰਘ ਜੀ, ਇੱਕ ਤਾਂ ਜਿਹੜਾ ਜਥੇਦਾਰ ਸਾਹਿਬ ਨੇ ਕਿਹਾ ਕਿ ਸਿੱਖਾਂ ਦੇ ਵਿਰੁੱਧ ਇੱਕ ਬਰਤਾਂਤ ਸਿਰਜਿਆ ਜਾ ਰਿਹਾ, ਮੇਰਾ ਸਵਾਲ ਹੈ ਜਥੇਦਾਰ ਸਾਹਿਬ ਜਦੋਂ ਬੋਲਦੇ ਆ ਤੇ ਜਦੋਂ ਆਪੋਜੀਸ਼ਨ ਬੜੇ ਤਰੀਕੇ ਨਾਲ ਘੁਮਾ ਫਰਾ ਕੇ ਇਹ ਕਹਿਣਾ ਚਾਹੁੰਦੀ ਹੈ ਕਿ ਇਹ ਪੋਲੀਟੀਕਲ ਸਟੇਟਮੈਂਟ ਹੈ, ਉਸ ਬਰਤਾਂਤ ਨੂੰ ਸਰ ਕੌਣ ਤੋੜੂਗਾ? ਕਿ ਜਥੇਦਾਰ ਸਾਹਿਬ ਜਦੋਂ ਬੋਲਦੇ ਆ ਉਦੋਂ ਇਹ ਲੱਗਣਾ ਚਾਹੀਦਾ ਕਿ ਉਹ ਸਰਬੱਤ ਦੇ ਭਲੇ ਦੀ ਗੱਲ ਕਰਦੇ ਪਏ ਆ, ਉਦੋਂ ਸਿੱਖ ਕੌਮ ਦੀ ਗੱਲ ਕਰਦੇ ਪਏ ਆ, ਪੰਜਾਬ ਦੀ ਗੱਲ ਕਰਦੇ ਪਏ ਆ, ਪੰਜਾਬੀਆਂ ਦੀ ਗੱਲ ਕਰਦੇ ਪਏ ਆ, ਉਦੋਂ ਕਿਉਂ ਨਹੀਂ ਲੱਗ ਰਿਹਾ ਸਰ? ਉਸ ਬਰਤਾਂਤ ਨੂੰ ਕੌਣ ਤੋੜੂਗਾ ਸਰ? ਹਰਸਿਮਰਤ ਸਿੰਘ ਜੀ, ਇਹੀ ਤਾਂ ਦੇਖੋ ਮੇਰੇ ਅੱਜ ਦੇ ਜਿਹੜੇ ਲੈਕਚਰ ਹੈ ਜਾਂ ਜੋ ਹਾਲਾਤ ਨੇ, ਦੇਖੋ ਉਸ ਕ੍ਰਾਈਸਿਸ ਰਿਡਨ ਸਾਰੀ ਸੋਸਾਇਟੀ ਹੈ। ਪੰਜਾਬ ਕ੍ਰਾਈਸਿਸ ਆ ਗਿਆ ਨਾ ਜੀ, ਇਸ ਗੱਲ ਨੂੰ ਜਰਾ ਸਮਝੀਏ। ਪੰਜਾਬ ਦੀ ਜਿਹੜੀ ਪੋਲਿਟੀ ਹੈ, ਪੰਜਾਬ ਦੀ ਸਰਕਾਰ, ਪੰਜਾਬ ਦੇ ਲੋਕ, ਪੰਜਾਬ ਦੀਆਂ ਸਮੱਸਿਆਵਾਂ ਕ੍ਰਾਈਸਿਸ 'ਚ ਨੇ, ਲੀਡਰਸ਼ਿਪ ਕ੍ਰਾਈਸਿਸ ਹੈ।
ਦੂਸਰਾ ਜੋ ਗੱਲ ਪੀਰ ਮੁਹੰਮਦ ਜੀ ਕਹਿੰਦੇ ਨੇ, ਉਹ ਜੋ ਗੱਠਜੋੜ ਦੀ ਗੱਲ ਕਰਦੇ ਨੇ, ਮੈਂ ਸਮਝਦਾ ਪੀਰ ਮੁਹੰਮਦ ਜੀ ਉਹ ਤਾਂ ਬਾਦਲ ਸਾਹਿਬ ਦਾ ਕ੍ਰਾਈਸਿਸ ਤਾਂ ਕ੍ਰੀਏਟ ਕੀਤਾ ਹੋਇਆ ਨਾ ਜੀ। ਤੁਸੀਂ ਗੱਲ ਮੰਨੋ, ਆਫਟਰ ਬਾਦਲ ਸਾਹਿਬ ਨੇ ਜਿਸ ਤਰੀਕੇ ਨਾਲ 15 ਸਾਲ ਰਾਜ ਕੀਤਾ, ਉਹ ਜੋ ਸਿੱਖ ਸਾਈਕੀ ਹਰਟ ਹੋਈ ਹੈ ਉਹਦਾ ਇਤਿਹਾਸ 'ਚ ਪਈ ਹੈ ਨਾ ਜੀ। ਉਹਦੇ ਨਾਲ ਲੀਡਰਸ਼ਿਪ ਕ੍ਰਾਈਸਿਸ ਆਇਆ ਹੋਇਆ ਹੈ। ਅੱਜ ਜਦੋਂ ਸਾਡੇ ਕੋਲ ਲੀਡਰਸ਼ਿਪ ਕੋਈ ਨਹੀਂ, ਸਾਰਾ ਪੰਥ ਵੰਡਿਆ ਹੋਇਆ ਹੈ, ਤੇ ਅਗਰ ਸਿੰਘ ਸਾਹਿਬ ਨੇ ਸਟੇਟਮੈਂਟ ਦਿੱਤੀ ਹੈ ਤਾਂ ਇਹ ਤਾਂ ਜ਼ਿੰਮੇਵਾਰੀ ਸਿੰਘ ਸਾਹਿਬ ਤੇ ਵੀ ਪੈ ਗਈ ਹੈ। ਦੇਖੋ ਬੜੀ ਵੱਡੀ ਗੱਲ ਕਹਿ ਗਈ ਹੈ, ਇਤਿਹਾਸਕ ਵਰਤਾਰਾ ਵਰਤ ਰਿਹਾ ਹੈ ਕਿ ਉਹ ਕਿਸ ਢੰਗ ਦੇ ਨਾਲ ਇਸ ਨੂੰ ਚੈਲੰਜ ਨੂੰ ਸਵਾਰ ਕਰਨਗੇ। ਇਸ ਲਈ ਜੇ ਉਹਨਾਂ ਨੇ ਦੂਜੀਆਂ ਸਰਕਾਰਾਂ ਵਾਸਤੇ ਗੱਲ ਕੀਤੀ ਹੈ ਤਾਂ ਸਿੰਘ ਸਾਹਿਬ ਵਾਸਤੇ ਵੀ ਇੱਕ ਚੁਣੌਤੀ ਹੈ ਕਿ ਜੋ ਉਹਨਾਂ ਨੇ ਗੱਲ ਕੀਤੀ ਹੈ ਉਸ ਨੂੰ ਕਿਵੇਂ ਅੱਗੇ ਲੈ ਕੇ ਜਾਣਗੇ। ਸੋ ਮੇਰੀ ਬੇਨਤੀ ਹੈ ਕਿ ਸਾਰਿਆਂ ਨੂੰ ਮਿਲ ਕੇ ਗੱਲ ਕਰਨੀ ਚਾਹੀਦੀ, ਸਿੰਘ ਸਾਹਿਬ ਦੇ ਪਿੱਛੇ ਖੜਨਾ ਚਾਹੀਦਾ ਹੈ, ਆਪਣਾ ਲੀਡਰਸ਼ਿਪ ਜਿਹੜਾ ਕ੍ਰਾਈਸਿਸ ਹੈ ਉਸ ਲੀਡਰਸ਼ਿਪ ਨਿਕਲੇ। ਔਰ ਸਿੰਘ ਸਾਹਿਬ ਨੇ ਇਸ ਲਈ ਫੌਰੀ ਤੌਰ ਤੇ ਜੋ ਮੈਂ ਮਹਿਸੂਸ ਕਰਦਾ, ਜੋ ਹਾਲਾਤ ਬਣ ਗਏ ਨੇ, 15 ਤੋਂ 20 ਬੰਦਿਆਂ ਤੱਕ ਦੇ ਵੱਖ-ਵੱਖ ਖੇਤਰਾਂ ਸੰਬੰਧਿਤ ਐਕਸਪਰਟਸ ਨੇ, ਉਹਨਾਂ ਦੀ ਇੱਕ ਆਪਣੀ ਸਲਾਹਕਾਰ ਕੌਂਸਲ ਬਣਾਉਣੀ ਚਾਹੀਦੀ ਹੈ। ਦੇਖੋ ਇਸ ਲਈ ਮਜ਼ਾਕ ਨਹੀਂ ਹੋਣਾ ਚਾਹੀਦਾ, ਜਦ ਮਜ਼ਾਕ 'ਚ ਨਾ ਗੱਲਾਂ ਲਓ ਸਾਰੀਆਂ, ਇਹ ਛੋਟੇ-ਛੋਟੇ ਇਸ਼ੂ ਸਾਈਡ ਇਸ਼ੂ ਚਲੇ ਗਏ ਨੇ। ਮੈਂ ਸਮਝਦਾ ਕਿ ਅਗਰ ਸਿੰਘ ਸਾਹਿਬ ਇਸ ਨੂੰ ਮੁੱਖ ਰੱਖਦੇ ਆ, ਜੋ ਹਾਲਾਤ ਬਣੇ ਨੇ ਇੱਕ 15 ਤੋਂ 20 ਤੱਕ ਕ੍ਰਾਈਸਿਸ ਲੈ ਠੀਕ ਹੈ ਮੈਨੇਜਮੈਂਟ ਬਣਾ ਲੈ। ਤੁਸੀਂ ਇੱਕ ਮਿੰਟ ਸਰ, ਜਿਹੜਾ ਉਹਨਾਂ ਨੇ ਕਿਹਾ, ਜਿਹੜਾ ਜਥੇਦਾਰ ਸਾਹਿਬ ਨੇ ਕਿਹਾ ਪੰਜਾਬ ਅਤੇ ਸਿੱਖ ਫੋਬੀਆ ਜਿਹੜਾ ਸਾਰਿਆਂ ਨੂੰ ਸਤਾ ਰਿਹਾ, ਉਹਦੇ ਵਿਚਾਲੇ ਜਿਹੜਾ ਉਹਨਾਂ ਨੇ ਕਿਹਾ ਕਿ ਸਾਨੂੰ ਡਟਣਾ ਚਾਹੀਦਾ, ਸੰਗਠਨ ਕਾਇਮ ਕਰਨਾ ਚਾਹੀਦਾ, ਤੁਸੀਂ ਉਸ ਆਧਾਰ ਤੇ ਇਹ ਗੱਲ ਕਹਿ ਰਹੇ ਹੋ? ਇਸ਼ਾਰਾ ਦਿੱਤਾ ਉਹਨਾਂ ਨੂੰ, ਉਹ ਐਸਜੀਪੀਸੀ ਤੋਂ ਹੀ ਬਦਜ਼ਨ ਨੇ, ਅਕਾਲੀ ਦਲ ਤੋਂ ਹੀ ਬਦਜ਼ਨ ਨੇ। ਸਵਾਲ ਇਹ ਹੈ ਕਿ ਜਦੋਂ ਇਹਨਾਂ ਨੇ ਅੱਜ ਇਸ ਤਰ੍ਹਾਂ ਸਮਾਗਮ ਕੀਤਾ ਹੈ, ਇਸ ਤਰ੍ਹਾਂ ਦੇ 7-8 ਸਮਾਗਮ ਹੋਰ ਕਰ ਲੈਣ। ਚਲੋ ਠੀਕ ਹੈ ਹਰਸਿਮਰਤ ਜੀ, ਮੈਂ ਪੀਰ ਮੁਹੰਮਦ ਸਾਹਿਬ ਦਾ ਲਾਸਟ ਟਿੱਪਣੀ ਲੈ ਲਾ, ਮੈਨੂੰ ਇਹ ਸਵਾਲ ਲੈਣਾ ਪੈਣਾ। ਪੀਰ ਮੁਹੰਮਦ ਸਾਹਿਬ, ਇਹ ਸਿੱਖ ਕੌਂਸਲ ਦੀ ਗੱਲ ਕਰਦੇ ਪਏ, 15-20 ਮੈਂਬਰ ਹੋਣੇ ਚਾਹੀਦੇ ਆ, ਕੀ ਤੁਸੀਂ ਇਹ ਸੁਝਾਅ ਦੇਣਾ ਚਾਹੁੰਦੇ ਜਥੇਦਾਰ ਸਾਹਿਬ ਨੂੰ? ਮੈਂ ਤੁਹਾਨੂੰ ਕੇਪੀ ਜੀ ਬਹੁਤ ਵਧੀਆ ਸਵਾਲ ਸਰਦਾਰ ਹਰਸਿਮਰਤ ਸਿੰਘ ਨੇ ਕੀਤਾ, ਤੇ ਤੁਸੀਂ ਅੱਗੋਂ ਉਸ ਸਵਾਲ ਨੂੰ ਟਵਿਸਟ ਕੀਤਾ ਹੈ। ਇਹ ਬਿਲਕੁਲ ਕੌਂਸਲ ਬਣ ਰਹੀ ਹੈ। ਜਥੇਦਾਰ ਸਾਹਿਬ ਆਉਂਦੇ ਇੱਕ ਹਫ਼ਤੇ ਦਰਮਿਆਨ ਸਾਰਿਆਂ ਨਾਲ ਸਲਾਹ ਮਸ਼ਵਰਾ ਕਰਕੇ ਇੱਕ ਸਲਾਹਕਾਰ ਬੋਰਡ ਤਿਆਰ ਕਰ ਰਹੇ ਨੇ, ਜਿਹੜਾ ਪੱਤਰਕਾਰਾਂ ਦਾ ਹੋਵੇਗਾ। ਔਰ ਇਸ ਤੋਂ ਇਲਾਵਾ ਮੈਂ ਤੁਹਾਨੂੰ ਹੋਰ ਜਾਣਕਾਰੀ ਦੇ ਦਿਆਂ ਕਿ ਜਿਹੜਾ ਪਲੀਜ਼ ਕਿਰਪਾ ਕਰਕੇ ਕਿ ਪੱਤਰਕਾਰਾਂ ਤੱਕ ਸੀਮਿਤ ਨਾ ਕਰੋ। ਇਸ ਲਈ ਕੌਮ ਦਾ ਸਵਾਲ ਹੈ, ਕੌਮ ਦੇ ਇਸ਼ੂ ਦਾ ਸਵਾਲ ਹੈ। ਮੈਂ ਤੁਹਾਨੂੰ ਕਹਿੰਦਾ ਕਿ ਹਰਸਿਮਰਤ ਸਿੰਘ ਜੀ ਕਹਿ ਰਹੇ ਆ ਪੀਰ ਮੁਹੰਮਦ ਸਾਹਿਬ ਵੀ ਹਰ ਵਰਗ ਹੋਣਾ ਚਾਹੀਦਾ, ਵਿੱਚ ਹਰ ਵਰਗ ਹੋਣਾ ਚਾਹੀਦਾ। ਮੈਂ ਤੁਹਾਨੂੰ ਅਗਲੀ ਗੱਲ ਵੀ ਸੁਣ ਲਓ ਨਾ ਜੀ, ਅਗਲੀ ਗੱਲ ਸੁਣ ਲਓ। ਇਸ ਤੋਂ ਇਲਾਵਾ ਜਿਹੜਾ ਬੁੱਧੀਜੀਵੀ ਵਰਗ ਹੈ, ਜਿੰਦੇ ਉੱਤੇ ਅੱਜ ਇੱਕ ਉਂਗਲ ਉਠਾਈ ਗਈ ਬਹੁਤ ਸਾਰੇ ਪੱਤਰਕਾਰਾਂ ਨੇ, ਕਿ ਇੱਕ ਬਹੁਤ ਸੀਨੀਅਰ ਪੱਤਰਕਾਰ ਨੇ ਇਹ ਗੱਲ ਕਹੀ ਕਿ ਅਸੀਂ ਜਦੋਂ ਡਿਬੇਟ ਦੇ ਵਿੱਚ ਕਿਸੇ ਬੁੱਧੀਜੀਵੀ ਨੂੰ ਕਹਿੰਦੇ ਆ ਕਿ ਤੂੰ ਭਾਈ ਸਾਹਮਣੇ ਆਣ ਕੇ ਗੱਲ ਕਰ, ਕੋਈ ਆਪਣਾ ਦੱਸ ਦ੍ਰਿਸ਼ਟੀਕੋਣ, ਆਪਣਾ ਤਜਰਬਾ ਦੱਸ ਦੇ, ਉਹ ਕਹਿੰਦਾ ਜੀ ਸੋਸ਼ਲ ਮੀਡੀਆ ਦੇ ਉੱਤੇ ਮੈਨੂੰ ਗਾਲਾਂ ਬਹੁਤ ਪੈਣਗੀਆਂ ਜੇ ਮੈਂ ਮੰਨ ਲਓ ਕਿ ਮੈਂ ਕਿਸੇ ਇੱਕ ਧਿਰ ਦੇ ਹੱਕ ਵਿੱਚ ਬੋਲਾਂ ਜਾਂ ਇੱਕ ਧਿਰ ਦੇ ਵਿਰੋਧ ਵਿੱਚ ਬੋਲਾਂ। ਤੇ ਉਹ ਕਹਿੰਦੇ ਕਿ ਇਸ ਦੇ ਉੱਤੇ ਵੀ ਸਿੰਘ ਸਾਹਿਬ ਜੀ ਤੁਸੀਂ ਵੇਖੋ ਕਿ ਜਿਹੜਾ ਸਾਡਾ ਅੱਜ ਵਿਦਵਾਨ ਪੁਰਸ਼ ਨੇ, ਜਿਹੜੇ ਆਪਣੇ ਆਪ ਨੂੰ ਕਹਿੰਦੇ ਸਾਡੇ ਕੋਲ ਜ਼ਿੰਦਗੀ ਦਾ ਤਜਰਬਾ ਹੈ, ਕਿ ਉਹ ਅੱਜ ਇਸ ਸੋਸਾਇਟੀ ਚੋਂ ਬਾਹਰ ਕਿਉਂ ਹੋ ਰਹੇ ਨੇ। ਚਲੋ ਪੀਰ ਮੁਹੰਮਦ ਸਾਹਿਬ ਜਿਨ੍ਹਾਂ ਨੇ ਵੀ ਗੱਲ ਕਹੀ, ਮੈਨੂੰ ਨਹੀਂ ਪਤਾ ਕਿਹਨਾਂ ਨੇ ਗੱਲ ਕਹੀ ਆ, ਸੋਸ਼ਲ ਮੀਡੀਆ ਨੂੰ ਓਪੀਨੀਅਨ ਮੇਕਰ ਵਜੋਂ ਵੀ ਸਮਝਣਾ ਚਾਹੀਦਾ। ਓਪੀਨੀਅਨ ਇੱਕ ਮੇਕ ਕਰ ਰਹੇ ਆ, ਬਣਾ ਰਹੇ ਆ, ਉਹ ਅਸੀਂ ਉਹਨਾਂ ਤੋਂ ਡਰ ਜਾਵਾਂਗੇ ਤਾਂ ਫਿਰ ਅਸੀਂ ਸਵਾਲ ਕਦੇ ਨਹੀਂ ਕਰ ਸਕਾਂਗੇ। ਮੈਨੂੰ ਲੱਗਦਾ ਸ਼ਾਇਦ ਸਾਨੂੰ ਉਸ ਖੌਫ ਵਿੱਚੋਂ ਨਿਕਲਣਾ ਪਊਗਾ ਪੀਰ ਮੁਹੰਮਦ ਸਾਹਿਬ। ਉਹ ਬਿਲਕੁਲ ਉਹਦੇ ਲਈ ਆਉਂਦੇ ਦਿਨਾਂ 'ਚ ਇੱਕ ਮੀਟਿੰਗ ਇਹੋ ਜਿਹੀ ਵੀ ਹੋਵੇਗੀ ਜਿੰਦੇ 'ਚ ਵਿਦਵਾਨਾਂ ਨੂੰ ਵੀ ਬੁਲਾਇਆ ਜਾਏ। ਚਲੋ ਠੀਕ ਹੈ, ਬਹੁਤ ਬਹੁਤ ਧੰਨਵਾਦ ਪੀਰ ਮੁਹੰਮਦ ਸਾਹਿਬ ਤੁਹਾਡਾ। ਚੰਨੀ ਸਾਹਿਬ ਤੁਹਾਡਾ ਬਹੁਤ ਧੰਨਵਾਦ। ਵਿਸ਼ਵ ਸਿੱਖ ਸੰਮੇਲਨ ਸੱਦੋ। ਹਾਂ ਚਲੋ ਹੋਰ ਉਹਦੇ 'ਚ ਸਾਰਾ ਦੁੱਧ ਨਿਕਲ ਆਏਗੀ ਤੁਹਾਡੀ। ਚਲੋ ਚਲੋ ਲਿਖਿਆ ਤੇ ਸਾਰੇ ਕੋ ਹੋਇਆ ਪਿਆ। ਚਲੋ ਸਾਰੇ ਸਫਰ ਕੇ ਤੁਹਾਡੇ ਸਿੰਘ ਸਾਹਿਬ ਨੇ ਸ਼ੁਰੂਆਤ ਕੀਤੀ ਹੈ ਤਾਂ ਇਸ ਨੂੰ ਅੱਗੇ ਲੈ ਕੇ ਚੱਲੋ ਨਾ। ਚਲੋ ਤੁਹਾਡੇ ਸੁਝਾਅ, ਮੇਰਾ ਖਿਆਲ ਤੁਹਾਡੇ ਸੁਝਾਅ ਪੀਰ ਮੁਹੰਮਦ ਸਾਹਿਬ ਲੈ ਕੇ ਜਾਣਗੇ, ਦੇਖਦੇ ਹਾਂ ਉਹਨਾਂ ਤੇ ਅੱਗੇ ਕੀ ਹੁੰਦਾ। ਹਰਸਿਮਰਤ ਜੀ ਤੁਹਾਡਾ ਬਹੁਤ ਧੰਨਵਾਦ, ਪੀਰ ਮੁਹੰਮਦ ਸਾਹਿਬ ਤੁਹਾਡਾ ਬਹੁਤ ਧੰਨਵਾਦ, ਚੰਨੀ ਸਾਹਿਬ ਤੁਹਾਡਾ ਬਹੁਤ ਧੰਨਵਾਦ। ਆਮ ਆਦਮੀ ਪਾਰਟੀ ਦਾ ਨੁਮਾਇੰਦਾ ਕੋਈ ਆਇਆ ਨਹੀਂ, ਉਹਨਾਂ ਦਾ ਵੀ ਧੰਨਵਾਦ। ਸਵਾਗਤ ਮੈਂ ਕਰ ਨਹੀਂ ਸਕਿਆ, ਜੇ ਆ ਜਾਂਦੇ ਸਵਾਗਤ ਵੀ ਕਰ ਦਿੰਦਾ। ਜਥੇਦਾਰ ਸਾਹਿਬ ਨੇ ਜਿਹੜੀ ਸੰਵਾਦ ਦੀ ਗੱਲ ਕੀਤੀ ਹੈ, ਉਸ ਸੰਵਾਦ ਨਚਾਉਣ ਦੀ ਅਸੀਂ ਵੀ ਕੋਸ਼ਿਸ਼ ਕੀਤੀ ਹੈ, ਪਰ ਸਾਡੇ ਸੰਵਾਦ ਦੇ ਵਿਚਾਲੇ ਵਕਤ ਆ ਜਿਹੜਾ ਉਹ ਹਮੇਸ਼ਾ ਸਾਨੂੰ ਦਾਇਰੇ ਵਿੱਚ ਬਣਨ ਦੀ ਕੋਸ਼ਿਸ਼ ਕਰਦਾ। ਕੋਸ਼ਿਸ਼ ਕੀਤੀ ਅਸੀਂ ਸਵਾਲ ਹੈ ਜਿਹੜੇ ਉਹ ਪੁੱਛੀਏ ਜਿਹੜੇ ਤੁਹਾਡੇ ਜ਼ਿਹਨ ਦੇ ਵਿੱਚ ਹੈ, ਤੇ ਜਿਹੜੇ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਹੈ ਉਸ ਤੋਂ ਬਾਅਦ ਅਗਲੇ ਸਵਾਲਾਂ ਦੇ ਜਵਾਬ ਹੈ ਜਿਹੜੇ ਉਹ ਜਥੇਦਾਰ ਸਾਹਿਬ ਕਿਵੇਂ ਦੇਣਗੇ, ਕਿਉਂਕਿ ਜਥੇਦਾਰ ਸਾਹਿਬ ਨੇ ਜੇ ਬਾਕੀਆਂ ਨੂੰ ਚੈਲੰਜ ਕੀਤਾ, ਸਰਕਾਰਾਂ ਨੂੰ ਚੈਲੰਜ ਕੀਤਾ, ਤੇ ਖੁਦ ਵੀ ਉਹਨਾਂ ਲਈ ਇੱਕ ਵੱਡਾ ਚੈਲੰਜ ਹੈ, ਹਰਸਿਮਰਤ ਸਿੰਘ ਹਰੀ ਕਹਿ ਰਹੇ। ਬਹੁਤ ਧੰਨਵਾਦ।